ਸਾਡੇ ਘਰ ਦਾ ਇਹ ਰਿਵਾਜ ਹੈ ਕਿ ਅਸੀਂ ਉਹ ਦਵਾਈਆਂ ਬਣਾਉਂਦੇ ਸੀ ਉਹਨਾਂ ਜੜੀਆਂ ਬੂਟੀਆਂ ਤੋਂ ਜਿਨ੍ਹਾਂ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ, ਕੋਈ ਜ਼ਹਿਰੀਲਾ ਪਦਾਰਥ ਨਹੀਂ, ਉਹਨਾਂ ਦਾ ਕੋਈ ਮਾੜਾ ਬੈਡ ਇਫੈਕਟ ਬਿਲਕੁਲ ਨਹੀਂ ਹੈ। ਜਿਸ ਤਰ੍ਹਾਂ ਮੈंने ਯੂਰਿਕ ਐਸਿਡ ਦੀ ਦਵਾਈ ਬਣਾਈ, ਉਹ ਯੂਰਿਕ ਐਸਿਡ ਨੂੰ ਸਰੀਰ ਤੋਂ ਘੋਲ ਕੇ ਬਾਹਰ ਕੱਢ ਦਿੰਦੀ ਹੈ। ਅਜੇ ਤੱਕ ਜਿੰਨੀਆਂ ਵੀ ਦਵਾਈਆਂ ਬਣੀਆਂ ਨੇ ਉਹ ਖੂਨ ਚੋਂ ਯੂਰਿਕ ਐਸਿਡ ਦਾ ਘਟਾਉਂਦੀਆਂ ਨੇ, ਔਰ ਉਹਨਾਂ 'ਚ ਸਟੀਰਾਇਡ ਵਗੈਰਾ ਦਵਾਈਆਂ ਨੇ ਉਹ ਦਰਦ ਹਟਾਉਂਦੀਆਂ ਨੇ, ਪਰ ਉਹ ਪੱਕਾ ਇਲਾਜ ਨਹੀਂ ਹੈ। ਤਜਰਬੇ ਤੋਂ ਸਿੱਖਿਆ ਕਿ ਯੂਰਿਕ ਐਸਿਡ ਜਿੰਨੇ ਵੀ ਦਵਾਈਆਂ ਲੋਕ ਬਣਾਉਂਦੇ ਨੇ ਖੂਨ ਸਾਫ਼ ਕਰਨ ਦੀਆਂ, ਪੇਸ਼ਾਬ ਠੀਕ ਕਰਨ ਦੀਆਂ, ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ, ਕੋਈ ਪੱਕਾ ਲਾਭ ਨਹੀਂ ਹੁੰਦਾ। मैंने कहा भी यूरिक एसिड तो प्योरीन नामक प्रोटीन का एंजाइम है, उस तो बनता है। स्नेक अपना सप अपना जहर भी उसे तो बनाता है। मेरे दिमाग च ये गल है भी वो जड़ियाँ बूटियाँ जड़ियाँ बिल्कुल जहरीलियाँ नहीं है, चाहे जिन्नी मर्जी खा लो, चाहे सब्जी की तरह साग की तरह खा लो, ਤਾਂ ਵੀ ਉਹ ਨੁਕਸਾਨ ਨਹੀਂ ਕਰਦੀ। ਜਿੰਦਲ ਸਾਹਿਬ ਬੜੇ ਕਮਾਲ ਦੇ ਤਜਰਬੇ ਨੇ। ਤੁਸੀਂ ਕਿਹਾ ਵੀ ਜਿਹੜਾ ਜ਼ਹਿਰ ਸੱਪ ਦਾ ਕੱਢਣ ਲਈ ਚੀਜ਼ ਬਣਦੀ ਹੈ ਉਹਨਾਂ ਜੜੀਆਂ ਬੂਟੀਆਂ ਤੋਂ ਤੁਸੀਂ ਇਹ ਦਵਾਈ ਬਣਾ ਲਈ ਯੂਰਿਕ ਐਸਿਡ ਦੀ, ਤੇ ਇਹ ਫਿਰ ਤਾਂ ਮੈਨੂੰ ਲੱਗਦਾ ਕਿ ਤੁਸੀਂ ਜੇ ਕੋਈ ਸੱਪ ਡੰਗ ਮਾਰ ਜੇ ਜਾਂ ਬਿੱਛੂ ਡੰਗ ਮਾਰ ਜੇ ਜਾਂ ਕੋਈ ਜ਼ਹਿਰੀਲੀ ਚੀਜ਼ ਕੋਈ ਤੁਹਾਨੂੰ ਡੰਗ ਮਾਰ ਜੇ ਫਿਰ ਤਾਂ ਉਹਦੀ ਵੀ ਤੋੜ ਹੋਣੀ ਚਾਹੀਦੀ ਹੈ ਜੀ ਇਹ ਦਵਾਈ। ਮੈਂ ਇੱਕ ਦਵਾਈ ਬਣਾਈ ਹੈ, ਬਣਾਈ ਤਾਂ ਮੈਂ ਨੱਕ ਵਾਸਤੇ ਸੀ। ਨੱਕ 'ਚ ਸਾਈਨਸ ਹੈ, ਨੱਕ 'ਚੋਂ ਛਿੱਕਾਂ ਆਉਂਦੀਆਂ ਹੈ, ਨੱਕ 'ਚੋਂ ਪਾਣੀ ਗਿਰਦਾ ਹੈ, ਨੱਕ ਬੰਦ ਹੋ ਜਾਂਦਾ ਹੈ। ਐਲੋਪੈਥੀ ਦਵਾਈਆਂ ਨੱਕ ਬੰਦ ਹੋ ਜੇ ਉਹਨੂੰ ਖੋਲ੍ਹਦੀਆਂ ਨੇ ਉਸੇ ਵੇਲੇ ਜੀ, ਤੇ ਪਰ 2-4 ਘੰਟੇ ਵਾਸਤੇ ਰੋਗ ਨਹੀਂ ਦੂਰ ਕਰਦੀਆਂ। ਮੇਰੀ ਦਵਾਈ ਵੀ ਨੱਕ ਖੋਲ੍ਹਦੀ ਹੈ, 5-4 ਮਿੰਟ 'ਚ ਉਹਦਾ ਨੱਕ ਖੁੱਲ੍ਹ ਜਾਂਦਾ ਹੈ, ਔਰ ਉਹਦਾ ਨੱਕ ਦਾ ਬੰਦ ਹੋਣ ਦਾ ਜਿਹੜੇ ਰੋਗ ਨੇ ਉਹਨਾਂ ਨੂੰ ਵੀ ਦੂਰ ਕਰਦੀ ਹੈ। ਕਿਉਂਕਿ ਮੇਰੀ ਜਿਹੜੀ ਬਲੱਡ ਦੀ ਦਵਾਈ ਹੈ, ਜਿਹੜੀ ਖੂਨ ਬਣਾਉਂਦੀ ਹੈ ਅੰਦਰ ਫਟਾਫਟ ਨਾਲ ਦੀ ਨਾਲ, ਉਹ ਡੇਂਗੂ ਦਾ ਅਸਰ ਹੀ ਜ਼ਿਆਦਾ ਬਲੱਡ 'ਤੇ ਸੀ। ਹਾਲਾਂਕਿ ਉਹ ਬਾਹਰ ਜਿੱਥੇ ਮਰਜੀ ਇਲਾਜ ਕਰਾਵੇ, ਬੁਖਾਰ ਦਾ ਇਲਾਜ ਕਰਾਵੇ, ਦਰਦ ਦਾ ਇਲਾਜ ਕਰਾਵੇ, ਮੈਂ ਤਾਂ ਉਸ 'ਤੇ ਕੋਈ ਰੋਗ ਨਹੀਂ। ਮੇਰੀ ਤਾਂ ਦਵਾਈ ਤਾਂ ਟੌਨਿਕ ਦੀ ਤਰ੍ਹਾਂ ਸੀ, ਜਿਵੇਂ ਮਿੱਠਾ ਤਰਬਤ ਦੇਤਾ ਹੁਣ ਵੀ ਮੈਂ ਦਿੰਦਾ ਹੈ, ਔਰ ਤਾਂ ਮੇਰੇ ਤੋਂ ਹਜ਼ਾਰਾਂ ਲੋਕਾਂ ਨੇ ਲਈ ਹੈ। ਇੱਕ ਬੜੀ ਭਿਆਨਕ ਬਿਮਾਰੀ ਆ ਅੱਜ ਕੱਲ੍ਹ ਸ਼ੂਗਰ, ਜਿਹਦੇ ਕਰਕੇ ਹਾਰਟ ਅਟੈਕ ਵੀ ਹੋਣ ਲੱਗ ਗਏ, ਬਲੱਡ ਪ੍ਰੈਸ਼ਰ ਵਧਣ ਲੱਗ ਗਏ। ਸ਼ੂਗਰ ਦਾ ਵੀ ਕੋਈ ਦੇਸੀ ਜੜੀਆਂ ਬੂਟੀਆਂ 'ਚ ਇਲਾਜ ਹੈ ਜਾਂ ਨਹੀਂ? ਜੇ ਕੋਈ ਕਹੇ ਵੀ ਮੈਂ ਇਹਦਾ ਪੱਕਾ ਕੋਈ ਇਲਾਜ ਕਰ ਦਾਂਗਾ, ਇਹ ਸੰਭਵ ਨਹੀਂ, ਕਿਉਂਕਿ ਉਹ ਅੰਗ ਹੀ ਨਹੀਂ ਜਦੋਂ ਕੰਮ ਕਰ ਰਿਹਾ, ਕਿਵੇਂ ਕੰਮ ਕਰੂ ਜੀ ਜੀ। ਇਸ ਕਰਕੇ ਜਿਹੜੀਆਂ ਦੇਸੀ ਜੜੀ ਬੂਟੀਆਂ ਨੇ ਉਹ ਲਾਭ ਤਾਂ ਕਰਦੀਆਂ, ਪਰ ਕੋਈ ਇਸ ਤਰ੍ਹਾਂ ਨਹੀਂ ਵੀ ਸ਼ੂਗਰ ਹਟਾ ਨਹੀਂ ਸਕਦੀਆਂ, ਮੌਕੇ 'ਤੇ ਲਾਭ ਕਰਦੀਆਂ। ਜਿਵੇਂ ਸਾਡੇ ਇੱਕ ਗੁੜਮਾਰ ਬੂਟੀ ਹੈ, ਉਹ ਅੰਦਰ ਤੋਂ ਸ਼ੂਗਰ ਨੂੰ ਖਾਂਦੀ ਹੈ, ਲੇਕਿਨ ਉਹ ਸਿਸਟਮ ਜਿਹੜਾ ਪੈਂਕਰੀਆਜ ਕਰਦੀ ਸੀ, ਇਨਸੂਲਿਨ ਕਰਦੀ, ਉਹ ਨਹੀਂ ਕੰਮ ਕਰਦੀ ਬਈ ਹੁਣ ਉਨੀ ਉਹ ਬਣਾਊਗੀ ਜਿੰਨੀ ਲੋੜ ਹੈ। ਤੇ ਜਿਵੇਂ ਤੁਸੀਂ ਇੰਨੀ ਮਿਹਨਤ ਕੀਤੀ ਹੈ, ਜੇ ਇਹ ਪੇਟੈਂਟ ਹੋ ਜਾਣ, ਅਮਰੀਕਾ ਦੀ ਜੌਨਸਨ ਐਂਡ ਜੌਨਸਨ ਯੂਨੀਵਰਸਿਟੀ ਇਸੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਨੂੰ ਸਭ ਤੋਂ ਵੱਧ ਪੇਟੈਂਟ ਕਰਾਉਂਦੀ ਹੈ, ਤੇ ਜਿਸ ਬੰਦੇ ਦਾ ਉਹ ਹੈ ਉਸੇ ਨੂੰ ਹੀ ਪ੍ਰਚਾਰ ਕਰਦੇ ਨੇ ਕਿ ਅਸੀਂ ਫਲਾਣੇ ਵਿਗਿਆਨੀ ਤੋਂ ਇਹ ਸਾਰਾ ਕੁਝ ਲੈ ਕੇ ਆਏ ਹਾਂ। ਸਾਡੇ ਕੋਲ ਇੱਥੇ ਨਹੀਂ ਹੈਗਾ ਸਿਸਟਮ। ਜੇ ਉੱਥੇ ਹੈਗਾ ਕਿ ਮੈਨੂੰ ਕੋਈ ਸਾਧਨ ਮਿਲੂਗਾ, ਮੈਂ ਉੱਥੇ ਭੇਜ ਦਾਂਗਾ, ਫਟਾਫਟ ਭੇਜ ਦਾਂਗਾ। ਪਹਿਲਾਂ 2-4 ਭੇਜਾਂਗਾ ਜੀ ਜੀ। ਜਦੋਂ ਦੇਖਣਗੇ ਵੀ ਇਹਦੇ ਲਾਭ ਨੇ, ਫਿਰ ਹੋਰ ਵੀ ਚੀਜ਼ਾਂ ਪ੍ਰਗਟ ਹੋਣਗੀਆਂ। ਫੇਫੜਾਂ ਦਾ ਜਿਹੜਾ ਇਹ ਰੋਗ ਹੈ, ਸਾਹ ਦਾ, ਅਜੇ ਤੱਕ ਇਹਦੀ ਕੋਈ ਖਾਸ ਦਵਾਈ ਨਹੀਂ ਬਣੀ ਸੀ। ਮੈਨੇ ਦਵਾਈ ਬਣਾਈ, ਉਹ ਜਿਹੜੇ ਬੱਚੇ ਨੇ 10 ਸਾਲ ਦੇ ਆ, 15 ਸਾਲ ਦੇ ਨੇ, ਜਿਨ੍ਹਾਂ ਨੇ ਜੇ ਸਟੀਰਾਇਡ ਸ਼ੁਰੂ ਨਹੀਂ ਕੀਤਾ, ਉਹ ਤਾਂ ਬੜੀ ਜਲਦੀ ਠੀਕ ਹੋ ਜਾਂਦੇ ਆ, ਮਹੀਨੇ 2 ਮਹੀਨੇ ਵਿੱਚ, ਫਿਰ ਉਹਨਾਂ ਨੂੰ ਕਿਸੇ ਵੀ ਦਵਾਈ ਦੀ ਲੋੜ ਨਹੀਂ ਪੈਂਦੀ। ਜਿਹੜੇ ਬੜੀ ਉਮਰ ਦੇ ਨੇ, 30 ਸਾਲ 40 50 ਸਾਲ ਦੇ, ਉਹਨਾਂ ਦਾ ਮੈਂ ਹਿਸਾਬ ਲਗਾ ਕੇ ਦੱਸ ਦਿੰਦਾ ਵੀ ਤੈਨੂੰ ਇੰਨਾ ਟਾਈਮ ਲੱਗੇਗਾ। ਉਹਨੂੰ ਮੌਕਾ ਨਹੀਂ ਦਿੰਦੇ ਵੀ ਇਹ ਤੋਂ ਦਵਾਈ ਅਸੀਂ ਟੈਸਟ ਕਰਦੇ ਹਾਂ, ਇਹਨੂੰ ਦੇਖਦੇ ਹਾਂ, ਇਹਦਾ ਕੋਈ ਸਾਡੇ ਦੇਸ਼ 'ਚ ਇੰਤਜ਼ਾਮ ਨਹੀਂ ਹੈ। ਉਸ ਨੂੰ ਇੱਕ ਤਰ੍ਹਾਂ ਨਾਲ ਭਜਾ ਦਿੰਦੇ ਨੇ ਵੀ ਉਹ ਖੜੇ ਨਾ ਦੌੜ ਜੇ। ਤਾਂ ਆਖਿਰ ਇਸ ਕਰਕੇ ਜਿਹੜੇ ਸਾਡੇ ਦੇਸ਼ ਦੇ ਵਿੱਚ ਮੇਰੇ ਵਰਗੇ ਬਹੁਤ ਲੋਕ ਨੇ ਜਿਹੜੇ ਉਹਨਾਂ ਰੋਗਾਂ ਦਾ ਇਲਾਜ ਕਰਦੇ ਨੇ ਜਿਨ੍ਹਾਂ ਦਾ ਕਿਤੇ ਵੀ ਇਲਾਜ ਨਹੀਂ ਹੈ, ਪਰ ਉਹ ਅੱਗੇ ਨਹੀਂ ਵੱਧਦੀ ਸਾਇੰਸ, ਕਿਉਂਕਿ ਉਹਨੂੰ ਕਿਸੇ ਤਰ੍ਹਾਂ ਦਾ ਸੰਰਕਸ਼ਕ ਨਹੀਂ ਹੈ। ਉਮਰਾਂ ਦਾ ਅਨੁਭਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੈਦ ਰਘਵੀਰ ਜਿੰਦਲ ਜੀ ਨੂੰ ਇਨਵਾਈਟ ਕੀਤਾ ਹੈ ਤਾਂ ਕਿ ਉਹ ਉਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਜੋ ਇੱਕ ਪਰੰਪਰਾ ਚਲੀ ਆਉਂਦੀ ਹੈ ਕਿ ਆਯੁਰਵੇਦ ਦੀਆਂ ਦੇਸੀ ਦਵਾਈਆਂ ਬਣਾ ਕੇ ਲੋਕਾਂ ਨੂੰ, ਪੰਜਾਬ ਨੂੰ, ਭਾਰਤ ਨੂੰ ਸਿਹਤਮੰਦ ਕਰਨਾ, ਤੰਦਰੁਸਤ ਰੱਖਣਾ, ਤੇ ਉਹ ਆਪਣੇ ਐਕਸਪੀਰੀਅੰਸ ਸ਼ੇਅਰ ਕਰਨਗੇ। ਮੇਰੇ ਨਾਲ ਸਰਦਾਰ ਜਸਪਾਲ ਸਿੰਘ ਢਿੱਲੋਂ ਜਿਹੜੇ ਉੱਘੇ ਪੱਤਰਕਾਰ ਨੇ, ਉਹਨਾਂ ਨੇ ਮੌਕਾ ਦਿੱਤਾ ਕਿ
ਇੱਕ ਅਜਿਹੇ ਵੈਦ ਨਾਲ, ਹਕੀਮ ਨਾਲ ਅਸੀਂ ਗੱਲ ਕਰੀਏ। ਅਕਸਰ ਅਸੀਂ ਦੇਖਦੇ ਹੁੰਦੇ ਸੀ ਕਿ ਕੋਈ ਵੀ ਬਿਮਾਰੀ ਹੁੰਦੀ ਸੀ ਤਾਂ ਲੋਕ ਵੈਦ ਕੋਲੇ ਜਾਂਦੇ ਸੀ। ਉਹਨਾਂ ਕੋਲੇ 3-4 ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦਵਾਈਆਂ ਹੁੰਦੀਆਂ ਸੀ, ਕੋਲੀਆਂ ਕੂਲੀਆਂ 'ਚ ਰਗੜ ਕੇ ਉਹ ਮੱਲਮ ਲਾ ਦਿੰਦੇ ਸੀ ਜਾਂ ਕੋਈ ਦਵਾਈ ਦੇ ਦਿੰਦੇ ਸੀ। ਨਾ ਕੋਈ ਤਾਪ ਚੜ੍ਹਦਾ ਸੀ ਅਤੇ ਨਾ ਕੋਈ ਹੋਰ ਬਿਮਾਰੀ ਲੱਗਦੀ ਸੀ। ਪਰ ਅੱਜ ਦੇ ਯੁੱਗ ਦੇ ਵਿੱਚ ਜਦੋਂ ਸਪੈਸ਼ੈਲਿਟੀ ਹੋਣ ਲੱਗ ਗਈ ਹੈ ਡਾਕਟਰਾਂ ਦੇ ਵਿੱਚ ਕਿ ਹਰੇਕ ਬਿਮਾਰੀ ਦਾ ਅਲੱਗ ਤੋਂ ਡਾਕਟਰ ਹੈ, ਚਾਹੇ ਅੱਖ ਦਾ ਲੈ ਲਓ, ਕੰਨ ਦਾ ਲੈ ਲਓ, ਨੱਕ ਦਾ ਲੈ ਲਓ, ਦਿਲ ਦਾ ਲੈ ਲਓ, BP ਦਾ ਲੈ ਲਓ, ਹਰੇਕ ਚੀਜ਼ ਲਈ ਅਲੱਗ ਤੋਂ ਡਾਕਟਰ ਹੈ। ਪਰ ਫਿਰ ਵੀ ਇਹ ਵੈਦ, ਇਹਨਾਂ ਦੇ ਜਿਹੜੇ ਐਕਸਪੀਰੀਅੰਸਿਸ ਨੇ, ਪੁਰਾਣੇ ਤਜਰਬੇ ਨੇ, ਉਹਨਾਂ ਤੋਂ ਕਿਸ ਤਰੀਕੇ ਨਾਲ ਸਮਾਜ ਅੱਜ ਕੰਮ ਲੈ ਰਿਹਾ ਹੈ ਅਤੇ ਕਿਸ ਤਰੀਕੇ ਨਾਲ ਅਸੀਂ ਉਹਦਾ ਫਾਇਦਾ ਉਠਾ ਸਕਦੇ ਹਾਂ ਔਰ ਉਠਾ ਰਹੇ ਹਾਂ, ਇਸ ਚੀਜ਼ ਬਾਰੇ ਤਜਰਬੇ ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ, ਉਹਨਾਂ ਦੀ ਗੱਲਬਾਤ ਸੁਣਾਂਗੇ। ਅਤੇ ਮੇਰਾ ਸਾਥ ਦੇਣਗੇ ਸਰਦਾਰ ਜਸਪਾਲ ਸਿੰਘ ਢਿੱਲੋਂ ਜੀ। ਢਿੱਲੋਂ ਸਾਹਿਬ, ਤੁਹਾਡਾ ਵੀ ਸਵਾਗਤ ਹੈ ਅਤੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਸਵਾਗਤ ਹੈ ਸਟੂਡੀਓ ਦੇ ਵਿੱਚ। ਡਾਕਟਰ ਸਾਹਿਬ, ਤੁਸੀਂ ਦਵਾਈਆਂ ਬਣਾਉਂਦੇ ਹੋ ਜੜੀਆਂ ਬੂਟੀਆਂ ਤੋਂ, ਅਤੇ ਕਹਿੰਦੇ ਸਮੱਸਿਆਵਾਂ ਬਹੁਤ ਆਉਂਦੀਆਂ ਨੇ ਜੀ ਅੱਜ ਕੱਲ੍ਹ ਡਾਕਟਰਾਂ ਨੂੰ। ਕਿੰਨੇ ਆਪਣੇ ਪਰਿਵਾਰ ਬਾਰੇ ਪਹਿਲਾਂ ਦੱਸੋ, ਕਦੋਂ ਤੋਂ ਤੁਸੀਂ ਕਿੱਥੋਂ ਸਿੱਖੇ ਹੋ, ਕਿੰਨੇ ਕੁ ਤੁਹਾਡੇ ਬਜ਼ੁਰਗ ਇਸ ਕੰਮ ਦੇ ਵਿੱਚ ਸੀਗੇ ਜੀ? ਮੇਰੇ ਦਾਦਾ ਜੀ 1954 ਵਿੱਚ ਚੜ੍ਹਾਈ ਕਰ ਗਏ। ਉਸ ਵੇਲੇ ਮੇਰੀ ਉਮਰ 12-13 ਸਾਲ ਸੀ। ਉਹਨਾਂ ਨੇ ਸਾਧੂ ਸੰਤਾਂ ਤੋਂ ਘੁੰਮ ਕੇ ਆਪਣੇ ਤਜਰਬੇ ਨਾਲ ਬਹੁਤ ਸਾਰੀਆਂ ਜੜੀਆਂ ਬੂਟੀਆਂ ਉਹ ਲੱਭੀਆਂ ਜਿਹੜੀਆਂ ਰੋਗਾਂ ਨੂੰ ਨਿਰਮੂਲ ਕਰਦੀਆਂ ਸੀ। ਕਿਉਂਕਿ ਮੈਂ ਉਹਨਾਂ ਦੇ ਨਾਲ, ਜਿਵੇਂ ਬੱਚੇ ਕੰਮ ਕਰਦੇ ਨੇ, ਮੈਂ ਕੰਮ ਕਰਾਂਦਾ ਸੀ, ਇਸ ਕਰਕੇ ਥੋੜ੍ਹਾ ਬਹੁਤ ਮੈਂ ਵੀ ਸਿੱਖ ਲੈਂਦਾ ਸੀ, ਮਤਲਬ ਮੈਨੂੰ ਪਤਾ ਲੱਗਦਾ ਸੀ। ਕਿਉਂਕਿ ਉਹਨਾਂ ਦੇ ਸਮੇਂ ਵਿੱਚ ਉਹਨਾਂ ਨੇ ਕਦੇ ਵੀ ਇਲਾਜ ਦਾ ਕਿਸੇ ਤੋਂ ਇੱਕ ਨਵਾਂ ਪੈਸਾ ਵੀ ਨਹੀਂ ਲਿੱਤਾ ਅਤੇ ਕਾਰੋਬਾਰ ਵੀ ਲਗਭਗ ਬੰਦ ਹੋ ਗਿਆ। ਕਿਉਂਕਿ ਜਦੋਂ ਬੰਦਾ ਸਾਰਾ ਦਿਨ ਦੂਜੇ ਪਾਸੇ ਧਿਆਨ ਦੇਵੇਗਾ ਤਾਂ ਕਾਰੋਬਾਰ ਆਪਣੇ ਆਪ ਕਮਜ਼ੋਰ ਹੋ ਜਾਂਦਾ ਹੈ। ਮੇਰੇ ਪਿਤਾ ਜੀ ਵੀ ਜਾਣਦੇ ਸੀ, ਲੋੜ ਪੈਣ 'ਤੇ ਬਣਾਉਂਦੇ ਵੀ ਸੀ, ਪਰ ਉਹਨਾਂ ਦਾ ਧਿਆਨ ਕਾਰੋਬਾਰ ਵੱਲ ਵੱਧ ਸੀ। ਇਸ ਕਰਕੇ ਉਹਨਾਂ ਨੇ ਕੰਮ ਵੱਡੇ ਪੈਮਾਨੇ 'ਤੇ ਬਿਲਕੁਲ ਨਹੀਂ ਕੀਤਾ। ਮੈਂ ਆਯੁਰਵੇਦ ਕਾਲਜ ਵਿੱਚ ਦਾਖਲ ਤਾਂ ਹੋਇਆ, ਪਰ ਮੇਰੀ ਡਿਗਰੀ ਮੁਕੰਮਲ ਨਹੀਂ ਹੋ ਸਕੀ ਘਰੇਲੂ ਹਾਲਾਤ ਦੇ ਕਾਰਨ। ਮੈਨੂੰ ਛੱਡ ਕੇ ਜਾਣਾ ਪਿਆ। ਵੈਸੇ ਮੈਂ 1963 ਤੋਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹਾਂ ਜੀ। ਮੈਂ ਆਪਣੇ ਕੰਮ ਦੇ ਨਾਲ ਨਾਲ ਲੋਕਾਂ ਦਾ ਇਲਾਜ ਵੀ ਕਰਦਾ ਰਿਹਾ, ਪਰ ਮੈਂ ਕਹਿ ਦਿੰਦਾ ਸੀ ਵੀ ਭਾਈ ਰੌਲਾ ਨਾ ਪਾਈ, ਵੀ ਮੇਰੇ ਕੋਲ ਭੀੜ ਨਾ ਲੱਗ ਜਾਏ, ਮੈਨੂੰ ਵੀ ਸਾਰਾ ਕੰਮ ਛੱਡ ਕੇ ਇਹੀ ਕੰਮ ਨਾ ਕਰਨਾ ਪਵੇ। ਕੋਈ ਆ ਜਾਂਦਾ ਸੀ, ਉਹਨੂੰ ਦਵਾਈ ਦਿੰਦਾ ਸੀ ਜੀ। ਸਾਡੇ ਘਰ ਦਾ ਇਹ ਰਿਵਾਜ ਹੈ ਕਿ ਅਸੀਂ ਉਹ ਦਵਾਈਆਂ ਬਣਾਉਂਦੇ ਸੀ ਉਹਨਾਂ ਜੜੀਆਂ ਬੂਟੀਆਂ ਤੋਂ ਜਿਨ੍ਹਾਂ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ, ਕੋਈ ਜ਼ਹਿਰੀਲਾ ਪਦਾਰਥ ਨਹੀਂ, ਉਹਨਾਂ ਦਾ ਕੋਈ ਮਾੜਾ ਬੈਡ ਇਫੈਕਟ ਬਿਲਕੁਲ ਨਹੀਂ ਹੈ। ਥੋੜ੍ਹੇ ਬਹੁਤੇ ਹੁੰਦੇ ਨੇ, ਜਿਵੇਂ ਕੋਈ ਦਵਾਈ ਅਸੀਂ ਲਾਲ ਮਿਰਚ ਦੀ ਬਣਾਈਏ, ਉਹਨੂੰ ਬਹੁਤ ਜ਼ਿਆਦਾ ਖਿਲਾ ਦਈਏ ਤਾਂ ਉਹ ਲਾਲ ਮਿਰਚ ਨੁਕਸਾਨ ਤਾਂ ਕਰੂਗੀ, ਜ਼ਿਆਦਾ ਖਾ ਲਾਂਗੇ। ਪਰ ਦੇਸੀ ਦਵਾਈਆਂ ਵਿੱਚ ਜਿਹੜੀਆਂ ਜੜ੍ਹਾਂ ਬੂਟੀਆਂ ਅਸੀਂ ਇਸਤੇਮਾਲ ਕਰਦੇ ਹਾਂ, ਇਹਨਾਂ ਦਾ ਕੋਈ ਲੰਬਾ ਸਾਈਡ ਇਫੈਕਟ ਨਹੀਂ ਹੁੰਦਾ ਜੀ। ਥੋੜ੍ਹੀ ਦੇਰ ਵਾਸਤੇ ਹੋ ਸਕਦਾ ਲਾਲ ਮਿਰਚ ਉਹਦਾ ਮੂੰਹ ਜਲਾਵੇ, ਉਹਦੇ ਪੇਟ ਨੂੰ ਖਰਾਬ ਕਰੇ, ਇਹ ਨਹੀਂ ਹੋ ਸਕਦਾ ਕਿ ਉਹਨੂੰ ਕੋਈ ਪੱਕਾ ਰੋਗ ਲਗਾ ਦੇਗੀ ਜੀ। ਦੇਸੀ ਦਵਾਈਆਂ ਦੀ ਇਹੀ ਸਿਫਤ ਹੈ, ਕੁਛ ਨਸ਼ੀਲੀਆਂ ਜ਼ਹਿਰੀਲੀਆਂ ਜੜੀਆਂ ਬੂਟੀਆਂ ਨੂੰ ਛੱਡ ਕੇ ਉਹ ਬੜੀ ਮਾਤਰਾ 'ਚ ਇਸਤੇਮਾਲ ਕਰਨ ਨਾਲ ਵੀ ਕੋਈ ਨੁਕਸਾਨ ਨਹੀਂ ਕਰਦੇ ਜੀ। ਜਿਸ ਤਰ੍ਹਾਂ ਮੈਨੇ ਯੂਰਿਕ ਐਸਿਡ ਦੀ ਦਵਾਈ ਬਣਾਈ, ਉਹ ਯੂਰਿਕ ਐਸਿਡ ਨੂੰ ਸਰੀਰ ਤੋਂ ਘੋਲ ਕੇ ਬਾਹਰ ਕੱਢ ਦਿੰਦੀ ਹੈ। ਅਜੇ ਤੱਕ ਜਿੰਨੀਆਂ ਵੀ ਦਵਾਈਆਂ ਬਣੀਆਂ ਨੇ ਉਹ ਖੂਨ 'ਚੋਂ ਯੂਰਿਕ ਐਸਿਡ ਤਾਂ ਘਟਾਉਂਦੀਆਂ ਨੇ, ਔਰ ਉਹਨਾਂ 'ਚ ਸਟੀਰਾਇਡ ਵਗੈਰਾ ਦਵਾਈਆਂ ਨੇ ਉਹ ਦਰਦ ਹਟਾਉਂਦੀਆਂ ਨੇ, ਪਰ ਉਹ ਪੱਕਾ ਇਲਾਜ ਨਹੀਂ ਹੈ। ਮੈਨੂੰ ਇੱਕ ਵਾਰ ਵੱਡੇ ਡਾਕਟਰਾਂ ਨੇ ਗੱਲ ਕੀਤੀ ਵੀ ਤੁਸੀਂ ਫਿਰ ਕੀ ਪਾਇਆ ਇਹਦੇ ਵਿੱਚ? ਮੈਨੇ ਕਿਹਾ ਜੀ ਮੈਂ ਤਜਰਬੇ ਤੋਂ ਸਿੱਖਿਆ ਕਿ ਯੂਰਿਕ ਐਸਿਡ ਜਿੰਨੇ ਵੀ ਦਵਾਈਆਂ ਲੋਕ ਬਣਾਉਂਦੇ ਨੇ ਖੂਨ ਸਾਫ਼ ਕਰਨ ਦੀਆਂ, ਪੇਸ਼ਾਬ ਠੀਕ ਕਰਨ ਦੀਆਂ, ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ, ਕੋਈ ਪੱਕਾ ਲਾਭ ਨਹੀਂ ਹੁੰਦਾ। मैंने किया भी यूरिक एसिड तो प्योरीन नामक प्रोटीन का एंजाइम है, उस तो बनता है। स्नेक अपना सप अपना जहर भी उसे तो बनाता है जी। मेरे दिमाग ये गल है भी वो जड़ियाँ बूटियाँ जड़ियाँ बिल्कुल जहरीलियाँ नहीं है, चाहे जिन्नी मर्जी खा लो, चाहे सब्जी की तरह साग की तरह खा लो, तो भी वो नुकसान नहीं करदियाँ, पर वो सप का जहर नहीं अंदर छड्डदियाँ जिहड़े उहदे साइड इफेक्ट ने सप की जहर के। जदों उन्हों दा दवाई मैं बनाई तो मैं ਲੱਭੀਆਂ 16-17 ਬੂਟੀਆਂ
ਜਿਨ੍ਹਾਂ 'ਚ 5-6 ਮਹੀਨੇ ਜ਼ਿਆਦਾ ਇਫੈਕਟਡ ਦੇਖਿਆ, ਉਹਨਾਂ ਤੋਂ ਮੈंने यूरिक एसिड ਦੀ ਦਵਾਈ ਬਣਾਈ, ਮੇਰੀ 100% ਕਾਮਯਾਬ ਹੋ ਗਈ ਜੀ ਚਾਹੇ ਜਿੰਨੀ ਮਰਜ਼ੀ ਖਾ ਲਓ, ਜੀ, ਜੀ। ਨੁਕਸਾਨ ਬਿਲਕੁਲ ਨਹੀਂ ਕਰਦੀਆਂ। ਜੀ ਜੀ ਇਸੇ ਤਰ੍ਹਾਂ ਮੈंने ਜਿਨ੍ਹਾਂ ਰੋਗਾਂ ਦੀਆਂ ਦਵਾਈਆਂ ਬਣਾਈਆਂ, ਕੁਛ ਮੇਰੇ ਬਾਬਾ ਜੀ ਦੀਆਂ ਬਣਾਈਆਂ ਹੋਈਆਂ ਸੀ। ਜਿਵੇਂ ਮੇਰੇ ਬਾਬਾ ਜੀ ਨੇ ਬਲੱਡ ਵਾਸਤੇ ਦਵਾਈ ਬਣਾਈ ਸੀ। ਪਰ ਡਾਕਟਰ ਸਾਹਿਬ ਯੂਰਿਕ ਐਸਿਡ ਪੈਦਾ ਕਿਉਂ ਹੁੰਦਾ, ਇਹਦੇ ਬਾਰੇ ਵੀ ਥੋੜਾ ਜਿਹਾ। ਯੂਰਿਕ ਐਸਿਡ ਸਾਡਾ ਜਿਹੜਾ ਬਲੱਡ ਹੈ, ਸਾਡੇ ਸਰੀਰ ਦੇ ਹਰ ਅੰਗ ਨੂੰ, ਹਰ ਇੱਕ ਟਿਸ਼ੂ ਨੂੰ ਖੁਰਾਕ ਪਹੁੰਚਾਉਂਦਾ ਹੈ। ਇਹ ਜਿਹੜਾ ਸਾਡੇ ਸਰੀਰ ਦਾ ਹਰ ਹਿੱਸਾ ਹੈ, ਉਹ ਬਲੱਡ ਤੋਂ ਖੁਰਾਕ ਲੈ ਕੇ ਥੋੜ੍ਹਾ ਜਿਹਾ ਵੇਸਟ ਕੱਢਦਾ ਹੈ। ਉਸ ਵੇਸਟ ਨੂੰ ਯੂਰਿਕ ਐਸਿਡ ਕਹਿੰਦੇ ਨੇ। ਇਹ ਯੂਰਿਕ ਐਸਿਡ ਨੂੰ ਖੂਨ ਆਪਣੇ ਨਾਲ ਘੋਲ ਕੇ ਨਹੀਂ ਲੈ ਕੇ ਆਉਂਦਾ, ਬਹਾ ਕੇ ਲੈ ਕੇ ਆਉਂਦਾ ਹੈ, ਖਿੱਚ ਕੇ ਲੈ ਕੇ ਆਉਂਦਾ ਹੈ। ਇਹ ਯੂਰਿਕ ਐਸਿਡ ਨੂੰ ਲੈ ਕੇ ਖੂਨ ਗੁਰਦਾਂ ਵਿੱਚ ਚਲਾ ਜਾਂਦਾ ਹੈ। ਗੁਰਦੇ ਹੋਰ ਕੋਈ ਸਫਾਈ ਨਹੀਂ ਕਰਦੇ। ਜੀ ਇਹ ਯੂਰਿਕ ਇੱਕ ਛਾਨਣੀ ਹੈ ਗੁਰਦੇ, ਉਹ ਛਾਨ ਕੇ ਖੂਨ ਨੂੰ ਅੱਗੇ ਕੱਢ ਦਿੰਦੇ ਨੇ। ਯੂਰਿਕ ਐਸਿਡ ਦੇ ਜਰਰੇ ਆਪਣੇ ਕੋਲ ਰੱਖ ਲੈਂਦੇ ਨੇ, ਉਹਨਾਂ ਨੂੰ ਪਿਸ਼ਾਬ ਦੇ ਰਸਤੇ ਬਾਹਰ ਕੱਢ ਦਿੰਦੇ ਨੇ। ਜੀ ਇਹ ਜਨਮ ਤੋਂ ਲੈ ਕੇ ਮਰਨ ਤੱਕ ਬਣੇਗਾ। ਪਰ ਕਈ ਵਾਰ ਖੂਨ ਰਸਤੇ ਵਿੱਚ ਥੋੜਾ ਬਲਾ ਛੱਡ ਜਾਂਦਾ ਹੈ, ਉੱਥੇ ਯੂਰਿਕ ਐਸਿਡ ਜੋੜਾਂ ਦੇ ਵਿੱਚ, ਮੋੜਾਂ ਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ। ਜਿਹੜਾ ਜਮ੍ਹਾਂ ਹੋ ਜਾਂਦਾ ਹੈ ਉਹ ਨੁਕਸਾਨ ਕਰਦਾ ਹੈ। ਉਹ ਸਰੀਰ 'ਚ ਦਰਦ ਹੋ ਗਿਆ, ਇਹ ਹੋ ਗਿਆ, ਅੰਗਾਂ ਦੇ ਮੁੜਨ ਤਕਲੀਫ ਹੋ ਗਈ, ਉੱਥੇ ਸੂਜਨ ਹੋ ਗਈ ਜ਼ਿਆਦਾ। ਤੇ ਇਹ ਕੰਮ ਯੂਰਿਕ ਐਸਿਡ ਦਾ ਹੈ। ਜੀ। ਬਣਨਾ ਹਰੇਕ ਦੇ ਹੈ, ਤੇ ਜੇ ਜਮ੍ਹਾਂ ਹੋ ਜਾਏਗਾ ਉਹ ਨੁਕਸਾਨ ਕਰਦਾ ਹੈ, ਦਰਦ ਹੁੰਦੇ ਨੇ। ਜੀ ਜਿੰਦਲ ਸਾਹਿਬ, ਬੜੇ ਕਮਾਲ ਦੇ ਤਜਰਬੇ ਨੇ। ਤੁਸੀਂ ਕਿਹਾ ਵੀ ਜਿਹੜਾ ਜ਼ਹਿਰ ਸੱਪ ਦਾ ਕੱਢਣ ਲਈ ਚੀਜ਼ ਬਣਦੀ ਹੈ, ਉਹਨਾਂ ਜੜੀਆਂ ਬੂਟੀਆਂ ਤੋਂ ਤੁਸੀਂ ਇਹ ਦਵਾਈ ਬਣਾ ਲਈ ਯੂਰਿਕ ਐਸਿਡ ਦੀ। ਤੇ ਇਹ ਫਿਰ ਤਾਂ ਮੈਨੂੰ ਲੱਗਦਾ ਕਿ ਤੁਸੀਂ, ਜੇ ਕੋਈ ਸੱਪ ਡੰਗ ਮਾਰ ਜੇ ਜਾਂ ਬਿੱਛੂ ਡੰਗ ਮਾਰ ਜੇ ਜਾਂ ਕੋਈ ਜ਼ਹਿਰੀਲੀ ਚੀਜ਼ ਕੋਈ ਤੁਹਾਨੂੰ ਡੰਗ ਮਾਰ ਜੇ, ਫਿਰ ਤਾਂ ਉਹਦੀ ਵੀ ਤੋੜ ਹੋਣੀ ਚਾਹੀਦੀ ਹੈ ਜੀ ਇਹ ਦਵਾਈ। ਇਸ ਤਰ੍ਹਾਂ ਕਿ ਸਾਡੇ ਵਿੱਚ ਸਿਸਟਮ 'ਚ ਵੀ, ਸਾਡੇ 'ਚ ਵੀ ਕਮੀਆਂ ਨੇ। ਹਸਪੀਟਲ ਵਿੱਚ ਸੱਪ ਦੇ ਡੰਗੇ ਜਾਂਦੇ ਨੇ, ਉੱਥੇ ਵੀ ਮਰਦੇ ਨੇ। ਇਹ ਤਾਂ ਨਹੀਂ ਕਿ ਸਾਰੇ ਠੀਕ ਹੋ ਜਾਂਦੇ ਨੇ। ਜੇ ਸਾਡਾ ਕੋਈ ਬੰਦਾ ਵੈਦ ਕੋਈ ਇਲਾਜ ਕਰਦਾ ਹੈ, ਉਹਦੇ 'ਚ ਇੱਕ ਮਰੀਜ਼ ਮਰ ਜੇ, 10 ਆ ਜਾਣ, 9 ਠੀਕ ਹੋ ਕੇ ਚਲੇ ਜਾਣ, ਇੱਕ ਮਰ ਜੇ, ਤਾਂ ਉਹਦੇ ਲੋਕ ਕਲੀਨਿਕ ਨੂੰ ਵੀ ਫੂਕ ਦੇਣਗੇ, ਉਹਨੂੰ ਵੀ ਮਾਰ ਦੇਣਗੇ। ਜੀ ਇਸ ਕਰਕੇ ਸੱਪ ਦੇ ਜ਼ਹਿਰ ਦਾ ਇਲਾਜ ਜਿਹੜੇ ਬੰਦੇ ਕਰਦੇ ਸੀ ਉਹ ਲਗਭਗ ਛੱਡ ਗਏ। ਕਿਉਂਕਿ ਕੋਈ ਵੀ ਬਿਮਾਰੀ ਦਾ 100% ਖਾਸ ਕਰ ਜ਼ਹਿਰਾਂ ਦਾ ਇਸ ਤਰ੍ਹਾਂ ਨਹੀਂ ਹੁੰਦਾ। ਇਹ ਬੜਰੁੱਖਾਂ ਇੱਕ ਬੰਦਾ ਹੈ ਹੁਣ ਜਿਉਂਦਾ ਹੈ, ਜੀ ਉਹ ਹਰ ਇੱਕ ਦਾ ਸੱਪ ਦਾ ਜ਼ਹਿਰ ਠੀਕ ਕਰਦਾ ਸੀ। ਬਹੁਤ ਹੀ ਵਧੀਆ ਰਿਜ਼ਲਟ ਸੀ। ਜੀ ਇੱਕ ਵਾਰ ਇੱਕ ਪੇਸ਼ੈਂਟ ਮਰ ਗਿਆ, ਉਹਦਾ ਕਹਿਣਾ ਵੀ ਮੇਰੇ ਦਵਾਈ ਤਾਂ ਠੀਕ ਕਰਦਾ ਸੀ, ਉਹਨੂੰ ਦੁਬਾਰੇ ਸੱਪ ਲੜ ਗਿਆ। ਉੱਥੇ ਹੀ ਉਸੇ ਕਮਰੇ 'ਚ ਜਾ ਕੇ ਪਾਤਾ ਜਿੱਥੇ ਸੱਪ ਲੜਾ ਸੀ। ਉਹ ਸੱਪ ਅਜੇ ਵੀ ਉੱਥੇ ਹੀ ਸੀ, ਉਹ ਦੁਬਾਰਾ ਲੜ ਗਿਆ ਤਾਂ ਮਰ ਗਿਆ, ਉਹਦਾ ਇਹ ਕਹਿਣਾ ਹੈ। ਜੀ ਪਰ ਲੋਕਾਂ ਨੇ ਤਾਂ ਉਹਦੇ ਸ਼ਿਕਾਇਤਾਂ ਕੀਤੀਆਂ ਹਰ ਥਾਂ ਤੇ, ਇਸਨੇ ਬੰਦਾ ਮਾਰਤਾ, ਤਾਂ ਚਲੋ ਉਹਨੂੰ ਕੋਈ ਸਜ਼ਾ ਤਾਂ ਨਹੀਂ ਹੋਈ, ਪਰ ਉਹਨੇ ਕੰਮ ਛੱਡਤਾ। ਜੀ ਇਹ ਜ਼ਹਿਰਾਂ ਦੇ ਕੰਮ ਇਸ ਪ੍ਰਕਾਰ ਦੇ ਨੇ ਜੀ ਜਿਨ੍ਹਾਂ ਦੇ ਵਿੱਚ ਕੋਈ ਮਾਨਕੀਕਰਨ ਤਾਂ ਹੈ ਨਹੀਂ ਜੀ ਕਿ ਇੰਨੀ ਦਵਾਈ ਨਾਲ ਹਰ ਇੱਕ ਦਾ ਜ਼ਹਿਰ ਉਸੇ ਦਿਨ ਉਤਰ ਜਾਏਗਾ। ਪਰ ਡਾਕਟਰ ਸਾਹਿਬ, ਚੌ ਪਿੰਡ ਹੈ ਜੀ ਬਠਿੰਡੇ ਜ਼ਿਲ੍ਹੇ ਦੇ ਵਿੱਚ, ਉੱਥੇ ਵੀ ਅਜੇ ਸਾਬਕਾ ਸਰਪੰਚ ਮਿੱਠੂ ਸਿੰਘ, ਪਹਿਲਾਂ ਉਹਨਾਂ ਦੇ ਪਿਤਾ ਜੀ ਵੀ ਸਰਪੰਚ ਸੀਗੇ, ਸਰਦਾਰ ਜਸਵੰਤ ਸਿੰਘ, ਉਹ ਅਜੇ ਵੀ ਕਰ ਰਹੇ ਨੇ, ਕੰਟੀਨਿਊ ਕਰ ਰਹੇ ਨੇ। ਤੇ ਲਗਭਗ ਉਹਨਾਂ ਨੇ ਕਾਫੀ ਬੰਦੇ, ਜਿਵੇਂ ਤੁਸੀਂ ਕਹਿ ਰਹੇ ਹੋ, ਦੇਖੋ ਐਫੀਸ਼ੀਐਂਸੀ ਤਾਂ ਕਿਸੇ ਵੀ ਕੰਮ ਦੀ 100% ਨਹੀਂ ਹੈਗੀ, ਤਾਂ ਮਤਲਬ ਬਹੁਤ ਗਿਣਤੀ ਜੇ ਬੰਦਿਆਂ ਨੂੰ ਇਲਾਜ ਕਰ ਦਿੰਦੇ ਨੇ ਤਾਂ ਉਹਨੂੰ ਆਪਾਂ ਚੰਗਾ ਹੀ। ਉਹਨਾਂ ਦੀ ਮਾਨਤਾ ਨਹੀਂ ਹੈ। ਹਾਂ, ਸਰਕਾਰ ਉਹਨਾਂ ਨੂੰ ਮੰਨਦੀ ਨਹੀਂ ਹੈ, ਇਹ ਮਜਬੂਰੀ ਹੈ। ਜੀ ਤੇ ਡਾਕਟਰ ਸਾਹਿਬ, ਅਦਰਵਾਈਜ਼ ਜਿਹੜਾ ਤੁਸੀਂ ਦਵਾਈ ਬਣਾਈ ਹੈ, ਤੇ ਜੇ ਮਾੜਾ ਮੋਟਾ ਕੋਈ ਭਰਿੰਡ ਲੜ ਜੇ, ਮੇਰੇ ਖਿਆਲ ਉਹਦਾ ਜ਼ਹਿਰ ਤਾਂ ਬੜੇ ਆਰਾਮ ਨਾਲ ਕੱਢ ਦਿਆ ਕਰੂ ਜੀ। ਹਾਂ ਹਾਂ, ਉਹਦਾ ਇਸ ਤਰ੍ਹਾਂ ਹੈ ਜੀ ਕਿ ਮੈਂ ਇੱਕ ਦਵਾਈ ਬਣਾਈ ਹੈ, ਬਣਾਈ ਤਾਂ ਮੈਂ ਨੱਕ ਵਾਸਤੇ ਸੀ। ਨੱਕ 'ਚ ਸਾਈਨਸ ਹੈ, ਨੱਕ 'ਚੋਂ ਛਿੱਕਾਂ ਆਉਂਦੀਆਂ, ਨੱਕ 'ਚੋਂ ਪਾਣੀ ਗਿਰਦਾ ਹੈ, ਨੱਕ ਬੰਦ ਹੋ ਜਾਂਦਾ ਹੈ। ਐਲੋਪੈਥੀ ਦਵਾਈਆਂ ਨੱਕ ਬੰਦ ਹੋ ਜੇ ਉਹਨੂੰ ਖੋਲ੍ਹਦੀਆਂ ਨੇ ਉਸੇ ਵੇਲੇ ਹੀ, ਜੀ ਤੇ ਪਰ 2-4 ਘੰਟੇ ਵਾਸਤੇ ਰੋਗ ਨਹੀਂ ਦੂਰ ਕਰਦੀਆਂ। ਮੇਰੀ ਦਵਾਈ ਵੀ ਨੱਕ ਖੋਲ੍ਹਦੀ ਹੈ, 5-4 ਮਿੰਟ 'ਚ ਉਹਦਾ ਨੱਕ ਖੁੱਲ੍ਹ ਜਾਂਦਾ ਹੈ, ਔਰ ਉਹਦਾ ਨੱਕ ਦਾ ਬੰਦ ਹੋਣ ਦਾ ਜਿਹੜੇ ਰੋਗ ਨੇ ਉਹਨਾਂ ਨੂੰ ਵੀ ਦੂਰ ਕਰਦੀ ਹੈ। ਛਿੱਕਾਂ ਲੱਗਦੀਆਂ, ਘੁਰਾੜੇ ਮਾਰਦਾ ਹੈ, ਹੋਰ ਕਰਦਾ ਹੈ, ਤੇਰੀ ਹੱਡੀ ਵੱਧ ਗਈ, ਤੇਰਾ ਮਾਸ ਵੱਧ ਗਿਆ, ਉਹਨਾਂ ਨੂੰ ਵੀ ਠੀਕ ਕਰਦੀ ਹੈ। ਉਹੀ ਦਵਾਈ ਜੇ ਕਿਸੇ ਦੇ ਭਰਿੰਡ, ਸੰਦਈਆ, ਬਿੱਛੂ ਵਗੈਰਾ ਜਿਸ ਨਾਲ ਤਕਲੀਫ ਹੁੰਦੀ ਹੋਵੇ, ਜਾਨਵਰ ਲੜ ਜੇ, ਉਹਦੇ ਉੱਤੇ ਸਿਰ ਡੰਕ ਤੇ ਇੱਕ ਬੂੰਦ ਪਾਉਣ ਨਾਲ, ਕੋਈ ਮਲਣਾ ਨਹੀਂ, ਕੋਈ ਕੁਛ ਨਹੀਂ, ਸਿਰਫ ਇੱਕ ਬੂੰਦ ਪਾ ਦੇਣੀ ਹੈ, ਉਹਦਾ ਸਾਰਾ ਜ਼ਹਿਰ ਉਸੇ ਵੇਲੇ ਖਤਮ ਹੋ ਜਾਂਦਾ ਹੈ। ਜੀ ਜੀ ਕੋਈ ਜ਼ਹਿਰ ਉਹਦਾ ਨਹੀਂ ਰਹਿੰਦਾ, ਕਿਉਂਕਿ ਉਹਦਾ ਕੋਈ ਰਿਸਕ ਨਹੀਂ ਹੈ। ਕੋਈ ਬਣਾ ਕੇ ਜਦੋਂ ਇੱਕ ਬੂੰਦ ਉਹਦੇ ਪਾਈ, ਉਹਦਾ ਉਸੇ ਵੇਲੇ ਠੀਕ ਹੋ ਗਿਆ, ਉਹਦਾ ਕੀ। ਜੀ ਤੇ ਡਾਕਟਰ ਸਾਹਿਬ, ਇਹਨਾਂ ਚੀਜ਼ਾਂ ਨੂੰ ਤੁਸੀਂ ਕਿਤੇ ਸਰਕਾਰੀ ਦਰਬਾਰੇ ਕਦੇ ਗੁਜ਼ਾਰਿਸ਼ ਨਹੀਂ ਕੀਤੀ ਕਿ ਭਾਈ ਇਹਨਾਂ ਨੂੰ ਪੇਟੈਂਟ ਕਰੋ, ਇਹਨਾਂ ਤੇ ਤੁਹਾਡੇ ਰਾਈਟਸ ਦਿਓ, ਤਾਂ ਕਿ ਤੁਸੀਂ ਖੁੱਲ੍ਹ ਕੇ ਇਸ ਦਵਾਈ ਨੂੰ ਪ੍ਰਚਾਰ ਸਕੋ? ਇਸ ਤਰ੍ਹਾਂ ਹੈ, ਮੈਨੇ ਦਵਾਈਆਂ ਤਾਂ ਬਹੁਤ ਬਣਾਈਆਂ ਨੇ, ਇਹਦੇ ਵਿੱਚ ਮੁਸ਼ਕਿਲ ਬਹੁਤ ਜ਼ਿਆਦਾ ਹੈ।
ਜਦੋਂ ਅਸੀਂ ਕੋਈ ਚੀਜ਼ ਦਿੰਦੇ ਹਾਂ ਲਿਖ ਕੇ ਕਿ ਮੈਨੇ ਇਸ ਰੋਗ ਦੀ ਦਵਾਈ ਬਣਾਈ ਹੈ, ਤਾਂ ਆਯੁਰਵੇਦ ਡਿਪਾਰਟਮੈਂਟ ਉਸ ਨੂੰ ਕਹਿੰਦਾ ਹੈ ਵੀ ਤੂੰ ਲਿਖ ਇਹਦੇ 'ਚ ਕਿਹੜੀ ਕਿਹੜੀ ਬੂਟੀ ਪਾਈ ਹੈ, ਉਹਦਾ ਹਿੰਦੀ ਅੰਗਰੇਜ਼ੀ ਮੈਡੀਸਨਲ ਨੇਮ, ਉਹ ਬੂਟੀਆਂ ਸਾਨੂੰ ਦਿਖਾ ਬਲੌਟਿੰਗ ਪੇਪਰ ਦੇ ਵਿੱਚ ਪਾ ਕੇ ਸੁਕਾ ਕੇ, ਫਿਰ ਉਹਦੇ ਕਿਹੜੇ ਅੰਗ ਤੋਂ ਕਿਸ ਪ੍ਰਕਾਰ ਦਵਾਈ ਬਣੇਗੀ, ਇਹ ਵੀ ਉਹ ਕਹਿੰਦੇ ਨੇ। ਇਹਦੇ ਦੋ ਨੁਕਸਾਨਦਾਇਕ ਕੰਮ ਨੇ। ਇੱਕ ਤਾਂ ਉਹ ਜਿਹੜੀ ਖੋਜ ਹੈ ਉਹ ਸਾਰੀ ਦੁਨੀਆ ਵਿੱਚ ਪਹਿਲਾਂ ਹੀ ਪਹੁੰਚ ਜਾਏਗੀ, ਉਹਦਾ ਲਾਭ ਹੈ ਕਿ ਨਹੀਂ ਹੈ, ਦੂਸਰੇ ਦੇਸ਼ ਉਹਨੂੰ ਪੇਟੈਂਟ ਕਰਾ ਲੈਣਗੇ। ਇੱਕ ਤਾਂ ਇਹ ਨੁਕਸ ਹੈ। ਦੂਜੇ, ਉਹਨੂੰ ਮੌਕਾ ਨਹੀਂ ਦਿੰਦੇ ਵੀ ਇਹ ਤੋਂ ਦਵਾਈ ਅਸੀਂ ਟੈਸਟ ਕਰਦੇ ਹਾਂ, ਇਹਨੂੰ ਦੇਖਦੇ ਹਾਂ, ਇਹਦਾ ਕੋਈ ਸਾਡੇ ਦੇਸ਼ 'ਚ ਇੰਤਜ਼ਾਮ ਨਹੀਂ ਹੈ। ਉਸ ਨੂੰ ਇੱਕ ਤਰ੍ਹਾਂ ਨਾਲ ਭਜਾ ਦਿੰਦੇ ਨੇ ਵੀ ਉਹ ਖੜੇ ਨਾ ਦੌੜ ਜੇ। ਤਾਂ ਆਖਿਰ ਇਸ ਕਰਕੇ ਜਿਹੜੇ ਸਾਡੇ ਦੇਸ਼ ਦੇ ਵਿੱਚ ਮੇਰੇ ਵਰਗੇ ਬਹੁਤ ਲੋਕ ਨੇ ਜਿਹੜੇ ਉਹਨਾਂ ਰੋਗਾਂ ਦਾ ਇਲਾਜ ਕਰਦੇ ਨੇ ਜਿਨ੍ਹਾਂ ਦਾ ਕਿਤੇ ਵੀ ਇਲਾਜ ਨਹੀਂ ਹੈ, ਪਰ ਉਹ ਅੱਗੇ ਨਹੀਂ ਵੱਧਦੀ ਸਾਇੰਸ, ਕਿਉਂਕਿ ਉਹਨੂੰ ਕਿਸੇ ਤਰ੍ਹਾਂ ਦਾ ਸੰਰਕਸ਼ਕ ਨਹੀਂ ਹੈ। ਕਮ ਸੇ ਕਮ 50 ਰੋਗ ਤਾਂ ਮੈਂ ਕਰਦਾ ਠੀਕ ਹੈ, ਮੇਰੇ ਤੋਂ ਲੈਣ ਜਿਹੜਾ ਮਰਜ਼ੀ ਫਾਰਮੂਲਾ ਵੀ ਮੈਂ ਦੇ ਦਾਂਗਾ, ਮੈਨੂੰ ਲੋੜ ਨਹੀਂ। ਮੇਰੀ 80 ਸਾਲ ਦੀ ਉਮਰ ਹੋ ਗਈ, ਮੈਂ ਨਾਲ ਲੈ ਕੇ ਥੋੜ੍ਹੀ ਮਰਨਾ ਚਾਹੁੰਦਾ। ਮੈਂ ਲਿਖ ਵੀ ਦਿੱਤਾ, ਕਿਤਾਬਾਂ 'ਚ ਵੀ ਲਿਖਤਾ, ਬੱਚਿਆਂ ਨੂੰ ਵੀ ਦੱਸਦਾ, ਦਿਖਾ ਵੀ ਦਿੱਤਾ। ਬੱਚੇ ਅੱਜ ਕੱਲ੍ਹ ਦੇ ਕਿਉਂ ਨਹੀਂ ਕਰਦੇ? ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਪੈਸਾ ਨਹੀਂ ਹੈ। ਪੈਸਾ ਝੂਠ ਬੋਲ ਕੇ ਠੱਗੀ ਮਾਰ ਕੇ ਹੈ। ਦੇਸੀ ਵੀ ਕਰਦੇ ਨੇ ਉਸ ਤਰ੍ਹਾਂ ਦੀਆਂ ਠੱਗੀਆਂ ਵੀ ਮੈਨੇ ਸੋਨਾ ਪਾਇਆ, ਮੈਨੇ ਚਾਂਦੀ ਪਾਈ ਹੈ, ਇਹਦੇ ਵੀ ਉੱਤੇ ਪਾਏ ਹੈ, ਤੇਰੇ 25,000 ਲੱਗਣਗੇ, ਤੇਰੇ 50,000 ਲੱਗਣਗੇ। ਜੇ ਉਹ ਸੱਚ ਬੋਲ ਕੇ ਕਹਿੰਦੇ ਕਿ ਮੈਂ ਤਾਂ ਇਹ ਬੂਟੀ ਪਾਏਗਾ, ਤੈਨੇ ਬੂਟੀ ਤਾਂ 5 ਪੈਸੇ ਦੀ ਪਾਈ ਹੈ ਜੀ, ਤੂੰ 500 ਰੁਪਏ ਕਿਸ ਤੁਸੀਂ ਤਰ੍ਹਾਂ ਠੀਕ ਮੰਗਦਾ? ਕਹਿ ਰਹੇ ਹੋ ਡਾਕਟਰ ਸਾਹਿਬ। ਇੱਥੇ ਤਾਂ ਮਤਲਬ ਜਿਹੜੇ ਰਾਮਦੇਵ ਵਰਗੇ ਨੇ ਉਹੋ ਜਿਹੇ ਪੇਟੈਂਟ ਹੁੰਦੇ ਨੇ ਕਿ ਮਤਲਬ ਕਦੇ ਕਿਸੇ ਸਰਕਾਰਾਂ ਤੋਂ ਲੈ ਕੇ, ਜਿਵੇਂ ਤੁਸੀਂ ਇੰਨੀ ਮਿਹਨਤ ਕੀਤੀ ਹੈ, ਜੇ ਇਹ ਪੇਟੈਂਟ ਹੋ ਜਾਣ, ਅਮਰੀਕਾ ਦੀ ਜੌਨਸਨ ਐਂਡ ਜੌਨਸਨ ਯੂਨੀਵਰਸਿਟੀ ਇਸੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦੀ ਸਭ ਤੋਂ ਵੱਧ ਪੇਟੈਂਟ ਕਰਾਉਂਦੀ ਹੈ, ਤੇ ਜਿਸ ਬੰਦੇ ਦਾ ਉਹ ਹੈ ਉਸੇ ਨੂੰ ਹੀ ਪ੍ਰਚਾਰ ਕਰਦੇ ਨੇ ਕਿ ਅਸੀਂ ਫਲਾਣੇ ਵਿਗਿਆਨੀ ਤੋਂ ਇਹ ਸਾਰਾ ਕੁਝ ਲੈ ਕੇ ਆਏ ਹਾਂ। ਇਹ ਸਾਡੇ ਕੋਲ ਇੱਥੇ ਨਹੀਂ ਹੈਗਾ ਸਿਸਟਮ। ਜੇ ਉੱਥੇ ਹੈਗਾ ਕਿ ਮੈਨੂੰ ਕੋਈ ਸਾਧਨ ਮਿਲੂਗਾ, ਮੈਂ ਉੱਥੇ ਭੇਜ ਦਾਂਗਾ, ਫਟਾਫਟ ਭੇਜ ਦਾਂਗਾ। ਪਹਿਲਾਂ 2-4 ਭੇਜਾਂਗਾ ਜੀ ਜੀ। ਜਦੋਂ ਦੇਖਣਗੇ ਵੀ ਇਹਦੇ ਲਾਭ ਨੇ, ਫਿਰ ਹੋਰ ਵੀ ਚੀਜ਼ਾਂ ਪ੍ਰਗਟ ਹੋਣਗੀਆਂ। ਇੱਕ ਡਾਕਟਰ ਸਾਹਿਬ, ਤੁਹਾਡੇ ਕੋਲੇ ਪਾਈਲਸ ਦੇ ਯਾਨੀ ਬਵਾਸੀਰ ਦੇ ਮਰੀਜ਼ ਬਹੁਤ ਜ਼ਿਆਦਾ ਆਉਂਦੇ ਨੇ ਜੀ, ਉਹ ਕੀ ਤੁਸੀਂ ਦਵਾਈ ਬਣਾਈ ਹੈ, ਦਰਸ਼ਕਾਂ ਨੂੰ ਮਾੜਾ ਸਾਂਝਾ ਕਰੋ, ਤੇ ਉਹਦੇ ਕਿੱਦਾਂ ਦੇ ਰਿਜ਼ਲਟ ਹੁੰਦੇ ਨੇ ਜੀ? ਉਹਦੇ ਵਿੱਚ ਜਿਹੜੀ ਮੇਰੀ ਬੂਟੀ ਹੈ, ਜਿਹੜੀਆਂ ਬੂਟੀਆਂ ਦਾ ਮੈਂ ਰਸ ਕੱਢਿਆ ਹੈ, ਉਸ ਨੂੰ ਮੈਂ ਚੀਨੀ ਨਾਲ ਪਕਾ ਲੈਂਦਾ, ਕਿਉਂਕਿ ਜੇ ਅਸੀਂ ਉਹਨੂੰ ਇਸ ਤਰ੍ਹਾਂ ਰੱਖਾਂਗੇ ਉਹ ਖਰਾਬ ਹੋ ਜਾਣਗੀਆਂ, ਉਹਦੇ 'ਚ ਕੈਮੀਕਲ ਪਾਣੇ ਪੈਣਗੇ। ਕਿਉਂਕਿ ਸ਼ੂਗਰ ਵਾਲਾ ਵੀ ਉਹਨੂੰ ਲੈ ਸਕਦਾ ਹੈ, ਕਿਉਂਕਿ ਉਹ ਸਿਰਫ ਇੱਕ ਦਿਨ 'ਚ ਅੱਧਾ ਚਮਚ ਲੈਣੀ ਹੈ ਜੀ। 2.5-3 ਗ੍ਰਾਮ ਦਵਾਈ ਲੈਣ ਨਾਲ ਕੋਈ ਸ਼ੂਗਰ ਜ਼ਿਆਦਾ ਵੱਧ ਜੂਗੀ, ਇੱਥੇ ਕੋਈ ਖਾਸ ਗੱਲ ਹੈ ਨਹੀਂ ਜੀ। ਆਮ ਲੋਕਾਂ ਨੂੰ ਤਾਂ ਸ਼ੂਗਰ ਸਾਰਿਆਂ ਨੂੰ ਤਾਂ ਹੈ ਹੀ ਨਹੀਂ, ਚਾਹੇ ਬੱਚਾ ਹੋਵੇ, ਬਹੁਤ ਛੋਟਾ ਹੋਵੇ, ਵੱਡਾ ਹੋਵੇ, ਸਾਰੇ ਠੀਕ ਹੁੰਦੇ। ਮੇਰੀ ਬੂਟੀ ਅੰਦਰ ਦੀ ਸੋਜਸ਼ ਨੂੰ ਦੂਰ ਕਰ ਦਿੰਦੀ ਹੈ। ਬਵਾਸੀਰ ਦੇ ਵਿੱਚ ਅੰਦਰਲੀਆਂ ਜਿਹੜੀਆਂ ਨਾੜੀਆਂ ਨੇ, ਉਹ ਆਪਣੇ ਬੜੀ ਆਉਣ ਤੋਂ ਬਾਅਦ ਉਹ ਜਿੱਥੋਂ ਮਲ ਨਿਕਲਦਾ ਹੈ ਉਹਦੇ ਵਿੱਚ ਲੱਗੀਆਂ ਹੋਈਆਂ ਨੇ, ਉਹ ਗੁਦਾ ਨੂੰ ਬੰਦ ਰੱਖਦੀਆਂ ਨੇ ਤਾਂ ਕਿ ਬਾਹਰ ਨਾ ਜਿਹੜੀ ਲੈਟਰਿਨ ਬਣਦੀ ਹੈ ਬਾਹਰ ਗਿਰੇ। ਜਦੋਂ ਉਹਨਾਂ ਵਿੱਚ ਸੋਜਸ਼ ਆ ਜਾਂਦੀ ਹੈ, ਉਹ ਕਬਜੀ ਨਾਲ, ਲਾਲ ਮਿਰਚ ਨਾਲ, ਐਸੀਆਂ ਕਿਸੇ ਚੀਜ਼ਾਂ ਦੇ ਨਾਲ, ਜਾਂ ਜ਼ਿਆਦਾ ਕਬਜੀ ਹੋ ਜਾਂਦੀ ਹੈ, ਉਹਦੇ ਕਰਕੇ ਉਹਨਾਂ ਵਿੱਚ ਸੋਜਸ਼ ਆ ਜਾਂਦੀ ਹੈ। ਜਦੋਂ ਸੋਜਸ਼ ਆ ਜਾਂਦੀ ਹੈ, ਜਦੋਂ ਬੰਦਾ ਲੈਟਰਿਨ ਜਾਂਦਾ ਹੈ, ਜ਼ੋਰ ਲਗਾਉਂਦਾ ਹੈ, ਜਾਂ ਤਾਂ ਉਹ ਫੁੱਲੀਆਂ ਹੋਈਆਂ ਹੁੰਦੀਆਂ, ਉਹਨਾਂ 'ਚ ਪਾਣੀ ਭਰਾ ਹੁੰਦਾ ਹੈ, ਹਵਾ ਭਰਾ ਹੁੰਦੀ ਹੈ ਸੋਜਸ਼ ਨਾਲ, ਜ਼ੋਰ ਨਾਲ ਨੀਚੇ ਜਦੋਂ ਧੱਕਦਾ ਹੈ ਤਾਂ ਉੱਥੇ ਮੱਸੇ ਬਣ ਜਾਂਦੇ ਨੇ। ਕਈਆਂ ਦੇ ਮੱਸੇ ਨਹੀਂ ਬਣਦੇ, ਉਹਨਾਂ ਦੇ ਅੰਦਰ ਸੋਜਸ਼ ਦੇ ਨਾਲ ਜ਼ਖਮ ਹੋ ਜਾਂਦੇ ਨੇ ਅੰਦਰ, ਉਹ ਅੰਦਰ ਉਹਨਾਂ ਦੇ ਖੂਨ ਭਰਦਾ ਹੈ। ਜਦੋਂ ਲੈਟਰਿਨ ਜਾਂਦਾ ਹੈ ਤਾਂ ਜ਼ੋਰ ਨਾਲ ਉਹ ਫਟ ਜਾਂਦੀਆਂ ਨੇ, ਖੂਨ ਬਾਹਰ ਗਿਰ ਜਾਂਦਾ ਹੈ। ਉਹਨੂੰ ਲੋਕ ਕਹਿੰਦੇ ਨੇ ਖੂਨੀ ਬਵਾਸੀਰ ਹੋ ਗਈ। ਜਿਹਦੇ ਮੱਸੇ ਬਣ ਜਾਂਦੇ ਨੇ ਉਹਨੂੰ ਕਹਿੰਦੇ ਨੇ ਇਹਨੂੰ ਵਾਦੀ ਬਵਾਸੀਰ ਹੋ ਗਈ। ਅਸੀਂ ਕਹਿੰਦੇ ਬਵਾਸੀਰ ਤਾਂ ਇੱਕੋ ਹੀ ਹੈ। ਜਿਹੜੀ ਮੇਰੀ ਦਵਾਈ ਹੈ ਬੜੀ ਛੇਤੀ ਉਹਦੀ ਸੋਜਸ਼ ਨੂੰ ਦੂਰ ਕਰ ਦਿੰਦੀ ਹੈ। ਸਿਰਫ ਅੱਧਾ ਚਮਚ ਇੱਕ ਵਾਰ ਲੈਣੀ ਹੁੰਦੀ ਹੈ, ਸੋਜਸ਼ ਦੂਰ ਹੋ ਗਈ, ਉਹਦਾ ਦੂਰ ਹੋ ਗਿਆ, ਰੋਗ ਦੂਰ ਹੋ ਗਿਆ। ਉਹ ਦਵਾਈ ਦਾ ਇੱਕ ਮੈਂ ਤੁਹਾਨੂੰ ਹੋਰ ਚਮਤਕਾਰ ਦੱਸਦਾ। ਅੱਜ ਤੱਕ ਦੁਨੀਆ ਦੇ ਵਿੱਚ ਛੋਟੇ ਬੱਚਿਆਂ ਦੀ ਕਬਜੀ ਦੀ ਕੋਈ ਦਵਾਈ ਨਹੀਂ ਬਣੀ। ਇੱਥੇ ਪਟਿਆਲੇ ਇੱਕ ਡਾਕਟਰਾਂ ਦਾ ਸੈਮੀਨਾਰ ਸੀ, ਕੁਦਰਤੀ ਮੈਨੂੰ ਵੀ ਉੱਥੇ ਕਹਿੰਦੇ ਵੀ ਤੁਸੀਂ ਵੀ ਆ ਜਾਓ, ਦੱਸੋ। ਮੈਨੂੰ ਕਹਿੰਦੇ ਆਯੁਰਵੇਦ ਬਾਰੇ ਦੱਸੋ। ਚਲੋ ਮੈਂ ਦੱਸਿਆ, ਜਦੋਂ ਮੈਂ ਸਮਝ ਲਈ। ਕਿਸੇ ਬੰਦੇ ਨੇ ਸਵਾਲ ਕੀਤਾ ਵੀ ਛੋਟੇ ਬੱਚਿਆਂ ਦੀ ਕਬਜੀ ਦੀ ਦਵਾਈ ਤੁਹਾਡੇ ਕੋਲ ਹੈ? ਉਹ ਕਹਿੰਦੇ ਛੋਟੇ ਬੱਚਿਆਂ ਦੀ ਕਬਜੀ ਦੀ ਸਾਰੀ ਦੁਨੀਆ ਵਿੱਚ ਕਿਸੇ ਕੋਲ ਦਵਾਈ ਨਹੀਂ ਹੈ। ਮੈਨੇ ਕਿਹਾ ਡਾਕਟਰ ਸਾਹਿਬ ਤੁਸੀਂ ਆਪਣੀ ਗੱਲ ਕਰੋ, ਸਾਰੇ ਸੰਸਾਰ ਦਾ ਠੇਕਾ ਨਾ ਲਓ ਵੀ ਸਾਰੇ ਸੰਸਾਰ ਵਿੱਚ ਇਲਾਜ ਨਹੀਂ ਹੈ। ਕਹਿੰਦੇ ਦੱਸੋ ਫਿਰ ਤੁਸੀਂ। मैंने कहा मेरे पास दवाई है, जिन्हों मर्जी दे दो ठीक होगी। ਉਹਦੀ कब्जी बच्चे ਦੀ
ਕਹਿੰਦੇ ਬੱਚਿਆਂ ਨੂੰ ਤਾਂ ਕਬਜ਼ ਦੀ ਦਵਾਈ ਦਿੰਦੇ ਹੀ ਨਹੀਂ। ਮੈਂ ਕਿਹੜਾ ਦਿੰਦਾ, ਉਹਦੀਆਂ ਅੰਤੜੀਆਂ ਖਰਾਬ ਹੋ ਜਾਣਗੀਆਂ, ਕੋਈ ਤੇਜ਼ ਦਵਾਈ ਦਵੇਂ ਕਿ ਮੈਂ ਵੀ ਨਹੀਂ ਦਿੰਦਾ। ਕਹਿੰਦੇ ਫਿਰ ਠੀਕ ਕਿਵੇਂ ਹੁੰਦੀ ਹੈ? ਮੈਨੇ ਕਿਹਾ ਤੁਸੀਂ ਮੇਰੇ ਤੋਂ ਸੁਣ ਲਓ, ਮੈਂ ਗਲਤ ਨਹੀਂ ਕਹਿ ਰਿਹਾ, ਜੇ ਮੇਰੀ ਗੱਲ ਗਲਤ ਹੋਵੇਗੀ ਤੁਸੀਂ ਮੈਨੂੰ ਦੱਸ ਦਿਓ। ਛੋਟੇ ਬੱਚਿਆਂ ਨੂੰ ਕਬਜ਼ ਇਸ ਵਾਸਤੇ ਹੁੰਦੀ ਹੈ ਕਿ ਉਹਨਾਂ ਦੀ ਬੜੀ ਆਂਤ ਵਿੱਚ ਜਿੱਥੇ ਲੈਟਰਿਨ ਇਕੱਠੀ ਹੁੰਦੀ ਹੈ ਉਹਦੇ ਵਿੱਚ ਸੋਜਿਸ ਹੋ ਜਾਂਦੀ ਹੈ, ਉਹ ਸੁੱਜ ਜਾਂਦੀਆਂ ਨੇ। ਉਹਦੇ ਸੋਜਿਸ ਦੇ ਨਾਲ ਉੱਥੇ ਸਪੇਸ ਘੱਟ ਜਾਂਦੀ ਹੈ ਲੈਟਰਿਨ ਇਕੱਠੀ ਹੋਣ ਨੂੰ। ਫਿਰ ਉਹ ਅੰਤੜੀਆਂ ਉਸ ਲੈਟਰਿਨ ਦਾ ਪਾਣੀ ਚੂਸ ਲੈਂਦੀਆਂ, ਲੈਟਰਿਨ ਅੰਦਰ ਸੁੱਕੀ ਹੋਈ ਹੋ ਜਾਂਦੀ ਹੈ, ਬੱਚਾ ਕੱਢ ਨਹੀਂ ਸਕਦਾ ਮਿੰਗਣਾ ਵਰਗੀ ਲੈਟਰਿਨ ਨੂੰ। ਫਿਰ ਆਪਾਂ ਉਹਨੂੰ ਦੇ ਕੇ ਥੱਲੇ ਤੋਂ ਬੱਤੀ ਦੇ ਕੇ ਕੋਈ ਹੋਰ ਚੀਜ਼ ਦੇ ਕੇ ਅੰਦਰ ਪਾਣੀ ਭੇਜ ਕੇ ਤਾਂ ਆਪਾਂ ਉਹਨੂੰ ਲੈਟਰਿਨ ਨੂੰ ਕੱਢਦੇ ਹਾਂ। ਮੇਰੀ ਦਵਾਈ ਕਬਜ਼ ਦੀ ਤਾਂ ਬਿਲਕੁਲ ਨਹੀਂ ਹੈ, ਪਰ ਉਹ ਅੰਦਰ ਦੀ ਸੋਜਿਸ ਖਤਮ ਕਰ ਦਿੰਦੀ ਹੈ ਅੰਤੜੀਆਂ ਦੀ। ਜਦੋਂ ਸੋਜਿਸ ਖਤਮ ਹੋ ਗਈ ਉਹ ਨੈਚੁਰਲ ਬਿਲਕੁਲ ਠੀਕ ਹੋ ਜਾਂਦਾ ਜੀ। ਕਹਿੰਦੇ ਇਹ ਤਾਂ ਤੇਰੀ ਬਾਤ ਠੀਕ ਹੈ, ਸੋਜਿਸ ਕਰਕੇ ਹੋ ਜਾਂਦੀ ਹੈ ਜੀ, ਸੋਜਿਸ ਕਰਕੇ ਹੀ ਅੰਤੜੀਆਂ ਦਾ ਪਾਣੀ ਜੋ ਜੀ ਕਿਉਂਕਿ ਉਹ ਅਕਸਰ ਨਹੀਂ ਤਾਂ ਐਨਿਗਮਾ ਵਗੈਰਾ ਦੇਣਾ ਪੈਂਦਾ ਜੀ ਬੱਚਿਆਂ ਦਾ। ਜੀ, ਤੇ ਡਾਕਟਰ ਸਾਹਿਬ ਸਾਹ ਬਾਰੇ ਵੀ ਤੁਸੀਂ ਕਾਫੀ ਮਤਲਬ ਸਾਹ ਬਾਰੇ ਖੋਜ ਇਸ ਤਰ੍ਹਾਂ ਹੈ, ਦਮਾ ਸਾਹ ਸਾਰਾ ਹੈਗਾ ਇਹਦਾ ਇਸ ਤਰ੍ਹਾਂ ਹੈ ਵੀ ਫੇਫੜਾਂ ਦਾ ਜਿਹੜਾ ਇਹ ਰੋਗ ਹੈ ਸਾਹ ਦਾ, ਅਜੇ ਤੱਕ ਇਹਦੀ ਕੋਈ ਖਾਸ ਦਵਾਈ ਨਹੀਂ ਬਣੀ ਸੀ। ਮੈਨੇ ਦਵਾਈ ਬਣਾਈ, ਉਹ ਜਿਹੜੇ ਬੱਚੇ ਨੇ 10 ਸਾਲ ਦੇ ਆ 15 ਸਾਲ ਦੇ ਨੇ ਜਿਨ੍ਹਾਂ ਨੇ ਜੇ ਸਟੀਰੋਇਡ ਸ਼ੁਰੂ ਨਹੀਂ ਕੀਤਾ, ਉਹ ਤਾਂ ਬੜੀ ਜਲਦੀ ਠੀਕ ਹੋ ਜਾਂਦੇ ਆ, ਮਹੀਨੇ 2 ਮਹੀਨੇ ਵਿੱਚ ਫਿਰ ਉਹਨਾਂ ਨੂੰ ਕਿਸੇ ਵੀ ਦਵਾਈ ਦੀ ਲੋੜ ਨਹੀਂ ਪੈਂਦੀ। ਜਿਹੜੇ ਬੜੀ ਉਮਰ ਦੇ ਨੇ 30 ਸਾਲ 40 50 ਸਾਲ ਦੇ, ਉਹਨਾਂ ਦਾ ਮੈਂ ਹਿਸਾਬ ਲਗਾ ਕੇ ਦੱਸ ਦਿੰਦਾ ਵੀ ਤੈਨੂੰ ਇੰਨਾ ਟਾਈਮ ਲੱਗੇਗਾ। ਉਹ ਹਿਸਾਬ ਕੀ ਹੈ? ਹਿਸਾਬ ਇਹ ਹੈ ਕਿ ਜਿਹੜਾ ਬੰਦਾ ਜਿੰਨੀ ਸਟੀਰੋਇਡ ਲੈ ਰਿਹਾ ਹੈ ਉਹਨੂੰ ਉਨਾ ਵੱਧ ਟਾਈਮ ਲੱਗੇਗਾ ਠੀਕ ਹੋਣ ਨੂੰ, ਕਿਉਂਕਿ ਸਟੀਰੋਇਡ ਅਸੀਂ ਇੱਕਦਮ ਬੰਦ ਨਹੀਂ ਕਰ ਸਕਦੇ। ਉਹ ਜਿਹੜੀ ਦਵਾਈ ਲੈ ਰਿਹਾ ਹੁੰਦੇ, ਕੋਈ ਟੇਬਲੇਟ ਲੈ ਰਿਹਾ, ਕੋਈ ਕੁਛ ਲੈ ਰਿਹਾ, ਉਹਨੂੰ ਅਸੀਂ ਕਹਿੰਦੇ ਵੀ ਇਹਨੂੰ ਹੌਲੀ ਹੌਲੀ ਘਟਾ ਦੇ। ਜਦੋਂ ਉਹ ਘਟਾ ਕੇ ਬੰਦ ਹੋ ਜਾਂਦੀਆਂ ਨੇ, ਫਿਰ ਥੋੜ੍ਹੇ ਦਿਨ ਮੇਰੀ ਦਵਾਈ ਲੈਣ ਤੋਂ ਬਾਅਦ ਮੇਰੀ ਦਵਾਈ ਜਦੋਂ ਮਰਜ਼ੀ ਬੰਦ ਕਰ ਦੋ। ਮੇਰੀ ਦਵਾਈ ਤੋਂ ਕੋਈ ਚੀਜ਼ ਹੈ ਹੀ ਨਹੀਂ ਐਸੀ। ਫਿਰ ਵੀ ਕਿਸੇ ਨੂੰ ਦੁਆਰਾ ਮਾੜਾ ਮੋਟਾ ਹੋ ਸਕਦਾ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦੱਸਦਾ। ਇੱਕ ਜਨਾਨੀ ਸੀ, ਉਹਦਾ ਸਹੁਰਾ ਆ ਕੇ ਮੇਰੇ ਪਾਸ ਰੋਣ ਲੱਗਿਆ, ਕਹਿੰਦਾ ਜੀ ਹਰ 5ਵੇਂ 7ਵੇਂ ਦਿਨ ਹਸਪੀਟਲ ਦਾਖਲ ਕਰਾਉਣੀ ਪੈਂਦੀ ਹੈ। ਮੈਨੇ ਕਿਹਾ ਹੋ ਜਾਏਗੀ ਠੀਕ। ਉਹ 100% ਮੈਂ ਫ੍ਰੀ ਇਲਾਜ ਕਰਦਾ ਸੀ। ਉਦੋਂ ਮੈਂ ਦੁਕਾਨ ਨਹੀਂ ਕੋਈ ਖੋਲ੍ਹੀ ਹੋਈ ਸੀ, ਮੈਂ ਉਹਦੇ ਵਾਸਤੇ ਦਵਾਈ ਤਿਆਰ ਕੀਤੀ। ਉਹਨੇ ਤਕਰੀਬਨ 6 ਮਹੀਨੇ ਮੇਰੇ ਤੋਂ ਦਵਾਈ ਲਿੱਤੀ, ਫਿਰ ਉਹ 100% ਠੀਕ ਹੋ ਗਈ, ਠੀਕ ਰਹੀ। 10 ਸਾਲ ਤੋਂ ਬਾਅਦ ਉਹ ਇੱਕਦਮ ਹਸਪੀਟਲ ਦਾਖਲ ਹੋਈ, ਦੌਰਾ ਪੈ ਗਿਆ ਉਸਨੂੰ। ਜਦੋਂ ਵਾਪਸ ਆਈ ਮੈਨੇ ਕਿਹਾ ਤੂੰ ਬਿਲਕੁਲ ਠੀਕ ਸੀ, ਦੌਰਾ ਕਿਵੇਂ ਪੈ ਗਿਆ ਮੇਰੇ ਇਲਾਜ ਤੋਂ ਬਾਅਦ ਇੰਨਾ? ਕਹਿੰਦੀ ਮੈਨੇ ਕੇਲੇ ਖਾਈ ਸੀ, ਕੇਲੇ ਖਾਣ ਨਾਲ ਕਹਿੰਦੀ ਮੈਨੂੰ ਕੇਲੇ ਤੋਂ ਐਲਰਜੀ ਸੀ, ਪਹਿਲਾਂ ਵੀ ਜੇ ਮੈਂ ਕਦੀ ਕੇਲਾ ਖਾਇਆ ਮੈਂ ਹਸਪੀਟਲ ਦਾਖਲ ਹੋ ਗਈ। ਅਤੇ ਮੈਨੇ ਸੋਚਿਆ ਵੀ ਮੈਨੂੰ ਤਾਂ 10 ਸਾਲ ਤੋਂ ਖੰਘ ਵੀ ਨਹੀਂ ਹੋਈ, ਬਲਗਮ ਨਹੀਂ ਹੋਈ, ਖਾ ਲਓ ਕੇਲੇ। ਅਸਥਮਾ ਵਿੱਚ ਇੱਕ ਪ੍ਰੋਬਲਮ ਹੈ, ਜਿਸ ਬੰਦੇ ਨੂੰ ਕਿਸੇ ਚੀਜ਼ ਦੀ ਖਾਣ ਤੋਂ ਪੀਣ ਤੋਂ ਕਿਸੇ ਚੀਜ਼ ਤੋਂ ਐਲਰਜੀ ਹੈ, ਉਹਨੂੰ ਉਹ ਚੀਜ਼ ਲੱਭਣੀ ਪੈਂਦੀ ਹੈ ਤਾਂ ਕਿ ਉਹਨੂੰ ਇਸਤੇਮਾਲ ਨਾ ਕਰੇ। ਮੇਰੇ ਕੋਲ ਇੱਕ ਪੇਸ਼ੈਂਟ ਆਇਆ, ਪਿਹੇਵਾ ਦੇ ਪਾਸ ਡਾਂਡ ਪਿੰਡ ਹੈ ਉਸਦਾ, ਉਹ ਬਿਲਕੁਲ ਠੀਕ ਹੋ ਗਿਆ 4-5 ਮਹੀਨੇ 'ਚ। ਫਿਰ ਉਹ ਆਇਆ, ਗਰਮੀ ਆਈ, ਫਿਰ ਉਹ ਹੋ ਗਿਆ। ਫਿਰ ਉਹ ਮੇਰੇ ਤੋਂ ਦਵਾਈ ਲੈ ਗਿਆ ਮਹੀਨੇ ਕੁ ਦੀ, ਫਿਰ ਉਹ ਬਿਲਕੁਲ ਠੀਕ ਹੋ ਗਿਆ। ਅਗਲੇ ਸਾਲ ਫਿਰ ਗਰਮੀ ਆਈ, ਫਿਰ ਉਸਨੂੰ ਉਹੀ ਤਕਲੀਫ ਹੋ ਗਈ। ਮੈਨੂੰ ਕਹਿੰਦਾ ਗਰਮੀਆਂ ਦੇ ਵਿੱਚ, ਮੈਨੇ ਕਿਹਾ ਗਰਮੀਆਂ 'ਚ ਕੋਈ ਚੀਜ਼ ਹੈ ਜਿਹੜੀ ਆਉਂਦੀ ਹੈ ਉਸ ਮੌਸਮ 'ਚ ਜਿਹੜੀ ਤੈਨੂੰ ਖਰਾਬ ਕਰਦੀ ਹੈ। ਢੂੰਡ ਉਹਨੇ ਢੂੰਡਿਆ, ਉਹ ਖਰਬੂਜਾ ਸੀ ਉਹਦੇ ਵਾਸਤੇ। ਜੀ, ਖਰਬੂਜਾਂ ਦੀ ਮੌਸਮ ਮੰਦੀ ਖਾਂਦਾ ਉਹਨੂੰ, ਫਿਰ ਹੋ ਜਾਂਦਾ। ਇਸ ਕਰਕੇ ਮੈਂ ਜਿਹੜਾ ਕੋਈ ਮੇਰੇ ਕੋਲ ਪੇਸ਼ੈਂਟ ਆਉਂਦਾ ਮੈਂ ਉਹਨੂੰ ਸਮਝਾਉਂਦਾ ਵੀ ਐਲਰਜੀ ਦੀ ਚੀਜ਼ ਲੱਭਣੀ ਹੈ। ਜਿਹੜੇ ਐਲੋਪੈਥੀ ਡਾਕਟਰ ਐਲਰਜੀ ਦੀ ਚੀਜ਼ਾਂ ਲੱਭ ਕੇ ਦਿੰਦੇ ਨੇ, ਉਹ ਇੰਨੀ ਲਿਸਟ ਦੇ ਦਿੰਦੇ ਨੇ ਕਿ ਕੋਈ ਬੰਦਾ ਉਹਨਾਂ ਤੋਂ ਬਚ ਨਹੀਂ ਸਕਦਾ, ਉਹਨਾਂ ਐਲਰਜੀ ਤੋਂ। ਤੈਨੂੰ ਯੂਕੈਲਿਪਟਸ ਦਾ ਵੀ ਹੈ, ਤੇਰੇ ਇਸ ਤੋਂ ਹੈ, ਇਸ ਤੋਂ 50 ਚੀਜ਼ਾਂ ਕਰਾ ਦਿੰਦੇ ਆ। ਉਹ ਚੀਜ਼ਾਂ ਤੋਂ ਅਗਲਾ ਬਚ ਨਹੀਂ ਸਕਦਾ। ਮੌਸਮ ਤੋਂ ਕਿਵੇਂ ਬਚੇਗਾ? ਮੈਂ ਦੱਸਦਾ ਵੀ ਕਿਹੜੀ ਚੀਜ਼ ਤੋਂ ਬਚਣਾ। ਉਹ ਮੈਂ ਦੱਸਦਾ ਵੀ ਤੁਸੀਂ ਹਰ ਰੋਜ਼ ਜਿਹੜੀਆਂ ਚੀਜ਼ਾਂ ਖਾਂਦੇ ਆ, ਜਿਸ ਦਿਨ ਤਬੀਅਤ ਥੋੜ੍ਹੀ ਜਿਹੀ ਵੱਧ ਖਰਾਬ ਲੱਗੇ, ਉਸ ਦਿਨ ਲਿਸਟ ਬਣਾਓ ਕਿਹੜੀ ਚੀਜ਼ ਖਾਈ ਜਿਹੜੀ ਰੋਜ਼ ਨਹੀਂ ਖਾਂਦੇ। ਤੁਹਾਡੇ ਦਿਮਾਗ 'ਚ ਵੀ ਮੈਨੇ ਦਹੀਂ ਖਾਇਆ ਸੀ, ਮੈਨੇ ਕੇਲਾ ਖਾਇਆ ਸੀ, ਚਾਵਲ, ਕੋਈ ਚੀਜ਼ ਬਈ ਇਸਨੇ ਨਾ ਖਰਾਬ ਕੀਤਾ ਹੋਵੇ। ਜਿਸ ਦਿਨ ਤਬੀਅਤ ਬਿਲਕੁਲ ਠੀਕ ਹੋਵੇ, ਅੱਜ ਤਾਂ ਬਿਲਕੁਲ ਠੀਕ ਹੈ, ਉਸ ਦਿਨ ਉਹ ਚੀਜ਼ ਖਾ ਲਓ। ਜੇ ਉਸ ਚੀਜ਼ ਨੇ ਐਲਰਜੀ ਨਹੀਂ ਕੀਤੀ, ਕੋਈ ਖਰਾਬੀ ਨਹੀਂ ਹੋਤੀ, ਤਾਂ ਉਹਦਾ ਪਰਹੇਜ਼ ਬੰਦ ਕਰ ਦਿਓ, ਉਹਦੇ ਪਰਹੇਜ਼ ਦੀ ਲੋੜ ਨਹੀਂ। ਜੇ ਉਹਨੇ ਫਿਰ 2-3 ਵਾਰ ਦੇਖ ਲਿਆ ਵੀ ਇਹ ਚੀਜ਼ ਖਾਏ ਤਾਂ ਤਬੀਅਤ ਖਰਾਬ ਹੁੰਦੀ ਹੈ, ਉਹਨੂੰ ਜ਼ਿੰਦਗੀ ਵਾਸਤੇ ਛੱਡ ਦਿਓ। ਜੀ। ਇੱਕ ਹੋਰ ਚੀਜ਼ ਹੈ ਜਿਸ ਤੋਂ ਬਚਣ ਦੀ ਲੋੜ ਪੈਂਦੀ ਹੈ ਅਸਥਮਾ ਵਾਲੇ ਨੂੰ। ਕੋਈ ਵੀ ਬੰਦ ਥਾਂ ਦੀ ਹਵਾ ਹੈ, ਕੋਈ ਬੰਦ ਕਿਤਾਬਾਂ ਪਈਆਂ ਨੇ, ਕੋਈ ਬਿਸਤਰ ਪਿਆ ਹੈ, ਕੋਈ ਕਾਰਪੇਟ ਵਿਛਾ ਹੋਇਆ ਹੈ, 6 ਮਹੀਨੇ ਤੋਂ 2 ਮਹੀਨੇ ਤੋਂ ਵਿਛਾ ਪਿਆ ਹੈ,
ਹਨੇਰੀ ਬੰਦ ਥਾਵਾਂ ਦੇ ਉੱਤੇ ਪਿੱਸੂ ਪੈਦਾ ਹੁੰਦੇ ਨੇ। ਇਹ ਪਿੱਸੂ ਅਸਥਮਾ ਦਾ ਵੱਡਾ ਕਾਰਨ ਹੈ। ਜਦੋਂ ਇਹ ਗੰਦੀ ਹਵਾ ਸਾਹ ਰਸਤੇ ਸਫਾਈ ਕਰ ਰਿਹਾ, ਉੱਥੇ ਬੰਦਾ ਖੜਾ ਹੈ, ਨੱਕ ਦੇ ਰਸਤੇ ਅੰਦਰ ਜਾਂਦੀ ਹੈ, ਪੇਸ਼ੈਂਟ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਹੈ ਮੈਨੂੰ ਇਹ ਖਰਾਬ ਕਰ ਰਹੀ ਹੈ। ਚੰਗੇ ਭਲੇ ਬੰਦੇ ਨੂੰ ਵੀ ਕਰਦੀ ਹੈ। ਚੰਗਾ ਭਲਾ ਬੰਦਾ ਤਾਂ ਇੱਕ ਵਾਰ ਖਾਂਸ ਲਿਆ, ਥੁੱਕ ਲਿਆ, ਦੂਰ ਹੋ ਗਿਆ, ਠੀਕ ਹੋ ਜਾਂਦਾ ਹੈ। ਜਿਹਨੂੰ ਉਸ ਤੋਂ ਐਲਰਜੀ ਹੈ ਉਹ ਜ਼ਿਆਦਾ ਤੰਗ ਹੁੰਦਾ ਹੈ। ਉਸ ਤੋਂ ਫਿਰ ਅਸੀਂ ਕਹਿੰਦੇ ਭਾਈ ਉਸ ਤੋਂ ਜੇ ਗੰਦੀ ਹਵਾ ਅੰਦਰ ਜਾਂਦੀ ਲੱਗੇਗੀ, ਖਰਾਬ ਕਰੇ, ਉੱਥੋਂ ਦੂਰ ਹਟ ਜਾਓ ਜਾਂ ਮੂੰਹ ਤੇ ਅੱਛੀ ਤਰ੍ਹਾਂ ਕੱਪੜਾ ਲਪੇਟੋ। ਯਾਨੀ ਕਿ ਜਿਹੜੇ ਨੇਰੀਆਂ ਦੇ ਦਿਨ ਨੇ ਮਿੱਟੀ ਘੱਟੇ ਨੇਰੀ ਕੁਛ ਨਹੀਂ ਕਰਦੀ। ਜਿਹੜੀ ਬੰਦ ਥਾਂ ਦੀ ਹੈ, ਬੰਦ ਕਮਰਾ ਹੈ, ਖੁੱਲਿਆ ਨਹੀਂ ਹੈ, ਬੰਦ ਕੱਪੜੇ ਪਏ ਨੇ, ਗਰਮੀਆਂ ਦੇ ਰੱਖਤੇ ਸਰਦੀਆਂ 'ਚ ਕੱਢ ਲਈਏ, ਉਹਨਾਂ 'ਚ ਪਿੱਸੂ ਹੁੰਦੇ ਨੇ। ਉਹਨਾਂ ਨੂੰ ਇਸੇ ਕਰਕੇ ਆਪਾਂ ਧੁੱਪ ਲਗਾ ਕੇ ਪਾਉਂਦੇ ਹਾਂ, ਰਿਵਾਜ ਹੈ ਆਪਣੇ। ਡਾਕਟਰ ਸਾਹਿਬ ਇੱਕ ਹੋਰ ਥੋੜਾ ਜਿਹਾ ਦੱਸਿਓ ਵੀ ਤੁਸੀਂ ਅਕਸਰ ਦੱਸਦੇ ਹੁੰਦੇ ਹੋ ਕਿ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰ ਬਰਸਾਤੀ ਦਿਨਾਂ ਦੇ ਵਿੱਚ ਰਵਿੰਦਰ ਜੀ ਜਦੋਂ ਜ਼ਿਆਦਾ ਬੁਖਾਰ ਦਾ ਚਾਂਸ ਰਹਿੰਦਾ ਵੀ ਬੁਖਾਰ ਜ਼ਿਆਦਾ ਹੋ ਸਕਦਾ ਹੈਗਾ, ਉਸ ਵੇਲੇ ਇਹ ਦੱਸਦੇ ਆ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਫ੍ਰੀ ਸੇਵਾ ਕਰਦੇ ਹੁੰਦੇ ਸੀ। ਉਹ ਕੀ ਸੀ? ਉਹ ਸਾਰਾ ਥੋੜਾ ਜਿਹਾ ਵਿਸਤਾਰ 'ਚ ਦਰਸ਼ਕਾਂ ਨਾਲ ਸਾਂਝਾ ਕਰੋ। ਉਸ ਵੇਲੇ ਮਲੇਰੀਆ ਘਰ ਘਰ ਫੈਲਿਆ ਹੁੰਦਾ ਸੀ, ਬਹੁਤ ਲੋਕਾਂ ਨੂੰ ਮਲੇਰੀਆ ਹੁੰਦਾ ਸੀ। ਮੇਰੇ ਬਾਬਾ ਜੀ ਕੰਡੇ ਵਾਲਾ ਕਰੰਜ, ਉਹਨੂੰ ਕਰੰਜਵਾ ਕਹਿੰਦੇ ਆ, ਕਾਲੀ ਮਿਰਚ, ਤੁਲਸੀ, ਇਹੀ 3-4 ਚੀਜ਼ਾਂ ਰਲਾ ਕੇ ਉਹਦੀਆਂ ਰਗੜ ਕੇ ਗੋਲੀਆਂ ਬਣਾਉਂਦੇ ਸੀ। ਉਹ ਅਪ੍ਰੈਲ ਤੇ ਮਈ ਵਿੱਚ ਗੋਲੀਆਂ ਇਕੱਠੀਆਂ ਕਰ ਲੈਂਦੇ ਸੀ। ਵੀ ਘੜਾ ਭਰ ਲਿਆ, ਪੀਪਾ ਭਰ ਲਿਆ। ਉਹ ਆਪਣੇ ਕਮੀਜ਼ ਦੇ ਨੀਚੇ ਜਾਕਟਾਂ ਪਹਿਨਦੇ ਸੀ। ਪੁਰਾਣੇ ਜ਼ਮਾਨੇ 'ਚ ਰਿਵਾਜ ਸੀ, ਜਿਵੇਂ ਅੱਜ ਕੱਲ੍ਹ ਬਨੈਨਾ ਪਹਿਨਦੇ ਨੇ, ਫਤੂਈ ਹੁੰਦੀ ਸੀ। ਹਾਂ, ਉਹਨਾਂ ਦੇ ਵਿੱਚੋਂ ਗੋਲੀਆਂ ਭਰ ਲੈਂਦੇ ਸੀ। ਜਿਹਦਾ ਹੀ ਪਤਾ ਲੱਗਿਆ ਵੀ ਇਹਨੂੰ ਮਲੇਰੀਆ ਹੋ ਗਿਆ, ਠੰਡ ਲੱਗ ਕੇ ਬੁਖਾਰ ਹੋਇਆ, ਬਸ ਮਿੱਟੇ ਤੌਰ 'ਤੇ, ਹੋਰ ਕੋਈ ਥਰਮਾਮੀਟਰ ਨਹੀਂ ਸੀ ਉਹਨਾਂ ਕੋਲ, ਉਹ ਅੰਦਾਜ਼ਾ ਲਗਾ ਲੈਂਦੇ ਸੀ ਮਲੇਰੀਆ, ਉਹਨੂੰ ਗੋਲੀਆਂ ਦੇ ਆਉਂਦੇ ਸੀ 10-20 ਵੀ ਇਹ 2 ਗੋਲੀਆਂ ਸਵੇਰੇ 2 ਗਰਮ ਦੁੱਧ ਦੇ ਨਾਲ ਲੈ ਲਈ, ਤੂੰ ਠੀਕ ਹੋ ਜਾਏਗਾ। ਲਗਭਗ ਸਭ ਬੰਦੇ ਠੀਕ ਹੋ ਜਾਂਦੇ ਸੀ। ਬਾਅਦ ਦੇ ਵਿੱਚ ਕੁਨੀਨ ਔਰ ਪੈਲੀਓਟ੍ਰੀਨ ਦੇ ਆ ਜਾਣ ਤੋਂ ਬਾਅਦ ਮਲੇਰੀਏ 'ਤੇ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ। ਫਿਰ ਮੇਰੇ ਪਿਤਾ ਜੀ, ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਨੇ ਬਣਾਈਆਂ ਨਹੀਂ, ਖਾਸ ਬਣਾ ਲੈਂਦੇ ਸੀ, ਕਿਸੇ ਨੂੰ ਦੇ ਦਿੰਦੇ ਤੇ ਨਹੀਂ ਤਾਂ ਦੱਸ ਦਿੰਦੇ ਸੀ ਵੀ ਇਹ ਚੀਜ਼ ਪਾਈ ਰਗੜ ਕੇ ਇਸ ਤਰ੍ਹਾਂ ਪੀ ਲਈ, ਤੁਹਾਡਾ ਮਲੇਰੀਆ ਦੂਰ ਹੋ ਜਾਏਗਾ। ਵੈਸੇ ਇੰਨੇ ਹੀ ਕੰਮ ਕਰਦੇ ਸੀ ਉਹ, ਬਣਾ ਕੇ ਪਿੰਡਾਂ 'ਚ ਵੰਡਦੇ ਨਹੀਂ ਫਿਰਦੇ ਸੀ। ਕਿਉਂਕਿ ਉਹਨਾਂ ਦੇ ਟਾਈਮ 'ਚ, ਮੇਰੇ ਬਾਬਾ ਜੀ ਦੇ ਟਾਈਮ 'ਚ, ਸਾਡਾ ਜਿਹੜਾ ਕੱਪੜੇ ਦਾ ਬਿਜ਼ਨਸ ਸੀ ਵੱਡਾ, ਉਹ ਠੰਡਾ ਹੋ ਗਿਆ ਕਿਸੇ ਹੱਦ ਤੱਕ। ਜਦੋਂ ਉਹਦੇ 'ਚ ਟਾਈਮ ਨਹੀਂ ਦੇਣਾ, ਖਰਚਾ ਕਰਨਾ, ਆਮਦਨ ਨਹੀਂ ਕੁਛ। ਮੇਰੇ ਬਾਬਾ ਜੀ ਦੀ ਇੱਕ ਹੋਰ ਢੰਗ 'ਤੇ ਵਿਚਾਰ ਸੀ। ਉਹਨਾਂ ਨੇ ਕਿਹਾ ਮੈਂ ਹੁਣ ਕਿਸੇ ਤੋਂ ਵਿਆਜ ਨਹੀਂ ਲਵਾਂਗਾ। ਉਹਨੇ ਵਿਆਜ ਬਿਲਕੁਲ ਬੰਦ ਕਰਤਾ। ਸਾਡੀ ਅਗਰਵਾਲ ਕਮਿਊਨਿਟੀ ਵਿੱਚ ਮੇਨ ਲੋਕਾਂ ਨੂੰ ਵਿਆਜ ਦੀ ਆਮਦਨ ਰਹਿੰਦੀ ਰਹੀ ਹੈ। ਕਿਸੇ ਤੋਂ ਵਿਆਜ ਨਹੀਂ ਲੈਣਾ, ਤੇ ਫਿਰ ਕੱਪੜਾ ਵੀ ਅੰਗਰੇਜ਼ੀ ਵੇਚਣਾ ਬੰਦ ਕਰਤਾ, ਤਾਂ ਕੰਮ ਵੀ ਢਿੱਲਾ ਹੋ ਗਿਆ, ਟਾਈਮ ਵੀ ਘੱਟ ਹੋ ਗਿਆ, ਤੇ ਉਹਨਾਂ ਦਾ ਕੰਮ ਫਿਰ ਉਹਨਾਂ ਰਿਹਾ ਨਹੀਂ। ਮੇਰੇ ਪਿਤਾ ਜੀ ਨੇ ਇਸੇ ਕਰਕੇ ਕੰਮ ਨਹੀਂ ਕੀਤਾ ਵੀ ਫਿਰ ਸਾਡੇ ਤਾਂ ਤਕੜੀ ਪੋਜੀਸ਼ਨ ਤੋਂ ਬਿਲਕੁਲ 0 ਤੇ ਆ ਜਾਵਾਂਗੇ, ਰੋਟੀ ਤੋਂ ਤੰਗ ਹੋ ਜਾਵਾਂਗੇ। ਫਿਰ ਉਹਨਾਂ ਨੇ 10 ਦਿੰਦੇ ਸੀ, ਸਮਝਾ ਦਿੰਦੇ ਸੀ, ਕਿਸੇ ਨੂੰ ਬਣਾ ਵੀ ਦਿੰਦੇ ਸੀ, ਪਰ ਉਹਨਾਂ ਉਸ ਤਰ੍ਹਾਂ ਨਹੀਂ ਕੰਮ ਕਰਦੇ ਸੀ। ਕਿੰਨੇ ਕੁ ਲੋਕ ਡਾਕਟਰ ਸਾਹਿਬ ਹੁਣ ਤੱਕ ਤੁਹਾਡੇ ਕੋਲੋਂ ਇਹ ਦਵਾਈਆਂ ਲੈ ਕੇ ਠੀਕ ਹੋ ਗਏ ਨੇ, ਜਾਂ ਰੂਟੀਨ 'ਚ ਕਿੰਨੇ ਕੁ ਆਉਂਦੇ ਆ ਤੁਹਾਡੇ ਕੋਲੇ? ਜਦੋਂ ਡੇਂਗੂ ਫੈਲਿਆ ਸੀ ਤੇ ਮੇਰੇ ਅੱਗੇ ਤੋਂ ਲਾਈਨ ਨਹੀਂ ਟੁੱਟਦੀ ਸੀ ਜੀ, ਕਿਉਂਕਿ ਮੇਰੀ ਜਿਹੜੀ ਬਲੱਡ ਦੀ ਦਵਾਈ ਹੈ, ਜਿਹੜੀ ਖੂਨ ਬਣਾਉਂਦੀ ਹੈ ਅੰਦਰ ਫਟਾਫਟ ਨਾਲ ਦੀ ਨਾਲ, ਉਹ ਡੇਂਗੂ ਦਾ ਅਸਰ ਹੀ ਜ਼ਿਆਦਾ ਬਲੱਡ 'ਤੇ ਸੀ। ਹਾਲਾਂਕਿ ਉਹ ਬਾਹਰ ਜਿੱਥੇ ਮਰਜ਼ੀ ਇਲਾਜ ਕਰਾਵੇ, ਬੁਖਾਰ ਦਾ ਇਲਾਜ ਕਰਾਵੇ, ਦਰਦ ਦਾ ਇਲਾਜ ਕਰਾਵੇ, ਮੈਂ ਤਾਂ ਉਸ 'ਤੇ ਕਰੋਗੇ ਨਹੀਂ। ਮੇਰੀ ਦਵਾਈ ਤਾਂ ਟੌਨਿਕ ਦੀ ਰਕਮ ਸੀ, ਜਿਵੇਂ ਮਿੱਠਾ ਤਰਬਤ ਦੇਤਾ, ਹੁਣ ਵੀ ਮੈਂ ਦਿੰਦਾ ਹੈ। ਔਰ ਤਾਂ ਮੇਰੇ ਤੋਂ ਹਜ਼ਾਰਾਂ ਲੋਕਾਂ ਨੇ ਲਈ ਹੈ। ਔਰ ਸਭ ਦੇ ਪਲੇਟਲੈਟਸ ਘੱਟ ਜਾਣ ਉਸੇ ਵੇਲੇ ਵੱਧਦੇ ਆ, ਖੂਨ ਘੱਟ ਹੋਵੇ ਉਸੇ ਵੇਲੇ ਪਹਿਲੇ ਦਿਨ ਤੋਂ ਖੂਨ ਵਧਣਾ ਸ਼ੁਰੂ ਹੁੰਦਾ ਹੈ ਜੀ। ਉਹ ਤਾਂ ਉਸ ਵੇਲੇ ਤਾਂ ਭੀੜ ਹੀ ਲੱਗਦੀ ਸੀ ਜੀ। ਵੈਸੇ ਮੇਰੇ ਕੋਲ ਰੂਟੀਨ 'ਚ 10-15 ਮਰੀਜ਼ ਆਉਂਦੇ ਨੇ ਜੀ, ਔਰ ਕਿਉਂਕਿ ਮੇਰੇ ਕੋਲ ਜਿਹੜਾ ਆਉਂਦਾ ਉਹਨੂੰ ਦੁਬਾਰੇ ਆਉਣ ਦੀ ਲੋੜ ਹੀ ਨਹੀਂ ਪੈਂਦੀ, ਉਹ ਠੀਕ ਹੋ ਜਾਂਦਾ ਹੈ। ਭੀੜਾਂ ਉਹਨਾਂ ਡਾਕਟਰਾਂ ਦੇ ਲੱਗਦੇ ਆ ਜਿਹੜੇ ਇੱਕ ਮਰੀਜ਼ 40-40 ਚੱਕਰ ਲਗਾਉਂਦਾ ਹੈ, ਉਹਨੇ ਤਾਂ ਭੀੜ ਆਪੇ ਲੱਗਦੀ ਹੈ। ਉਹਨਾਂ ਦਾ ਫਰਜ਼ ਕਰੋ 1000 ਮਰੀਜ਼ਾਂ ਦਾ ਸਰਕਲ ਹੈ, ਉਹ 100 ਰੋਜ਼ ਆਈ ਰਹਿਣਗੇ ਜੀ, ਭੀੜ ਲੱਗੀ ਨਜ਼ਰ ਆਏਗੀ। ਤੇ ਮੇਰੇ ਕੋਲ ਜਿਹੜਾ ਹੈਗਾ ਉਹ ਠੀਕ ਹੋ ਜਾਏਗਾ, ਉਹਨੂੰ ਵਾਪਸ ਮੈਨੂੰ ਕਹਿੰਦੇ ਨੇ ਫਿਰ ਕਦੋਂ ਆਈਏ ਜੀ? ਮੈਂ ਕਿਹਾ ਜਦੋਂ ਮਰਜ਼ੀ, ਉਹ ਖੁੱਲੇ ਦਰਬਾਰ ਨੇ, ਪਰ ਇਹ ਤੇਰੀ ਬਿਮਾਰੀ ਇੱਥੇ ਰੱਖ ਲਈ ਜੀ, ਇਹ ਨਹੀਂ ਜਾਂਦੀ ਨਾਲ। ਤੇ ਜਿੰਦਲ ਸਾਹਿਬ, ਇੱਕ ਬੜੀ ਭਿਆਨਕ ਬਿਮਾਰੀ ਆ ਅੱਜ ਕੱਲ੍ਹ ਸ਼ੂਗਰ, ਜਿਹਦੇ ਕਰਕੇ ਹਾਰਟ ਅਟੈਕ ਵੀ ਹੋਣ ਲੱਗ ਗਏ, ਬਲੱਡ ਪ੍ਰੈਸ਼ਰ ਵਧਣ ਲੱਗ ਗਏ। ਸ਼ੂਗਰ ਦਾ ਵੀ ਕੋਈ ਦੇਸੀ ਜੜੀਆਂ ਬੂਟੀਆਂ 'ਚ ਇਲਾਜ ਹੈ ਜਾਂ ਨਹੀਂ ਹੈ? ਸ਼ੂਗਰ ਪੈਂਕਰੀਆਜ ਦੇ ਕਮਜ਼ੋਰ ਹੋਣ ਨਾਲ, ਮਰਨ ਨਾਲ ਸ਼ੂਗਰ ਹੁੰਦੀ ਹੈ, ਕਿਉਂਕਿ ਉਹ ਲੋੜ ਦੀ ਇਨਸੂਲਿਨ ਨਹੀਂ ਬਣਾਉਂਦੀ। ਦੁਨੀਆ ਦੀ ਕੋਈ ਦਵਾਈ ਨਹੀਂ ਜਿਹੜੀ ਪੈਂਕਰੀਆਜ ਨੂੰ ਮੁੜ ਕੇ ਬਣਾ ਦੇਗੀ। ਇਹਦਾ ਤਾਂ ਇੱਕੋ ਹੀ ਇਲਾਜ ਹੈ
ਵੀ ਉਹ ਖਾਣ ਪੀਣ 'ਚ ਪੂਰਾ ਪਰਹੇਜ਼ ਕਰੇ, ਵੱਧ ਤੋਂ ਵੱਧ ਕਸਰਤ ਕਰੇ, ਮਿਹਨਤ ਕਰੇ, ਸੈਰ ਕਰੇ, ਜਿੰਨਾ ਕਰ ਸਕਦਾ ਹੈ ਉਹਨੂੰ ਕਰੇ, ਤਾਂ ਕਿ ਉਹਦੀ ਜਿਹੜੀ ਸ਼ੂਗਰ ਫਾਲਤੂ ਹੈ ਉਹ ਉਹਦੀ ਊਰਜਾ ਦੇ ਵਿੱਚ ਖਤਮ ਨਾ ਹੋ ਜਾਏ। ਜੀ ਜੇ ਕੋਈ ਕਹੇ ਵੀ ਮੈਂ ਇਹਦਾ ਪੱਕਾ ਕੋਈ ਇਲਾਜ ਕਰ ਦਾਂਗਾ, ਇਹ ਸੰਭਵ ਨਹੀਂ, ਕਿਉਂਕਿ ਅੰਗ ਹੀ ਨਹੀਂ ਜਦੋਂ ਕੰਮ ਕਰ ਰਿਹਾ ਕਿਵੇਂ ਕੰਮ ਕਰੂਗਾ। ਜੀ ਜੀ ਇਸ ਕਰਕੇ ਜਿਹੜੀਆਂ ਦੇਸੀ ਜੜੀ ਬੂਟੀਆਂ ਨੇ ਉਹ ਲਾਭ ਤਾਂ ਕਰਦੀਆਂ, ਪਰ ਕੋਈ ਇਸ ਤਰ੍ਹਾਂ ਨਹੀਂ ਵੀ ਸ਼ੂਗਰ ਹਟਾ ਨਹੀਂ ਸਕਦੀਆਂ, ਮੌਕੇ 'ਤੇ ਲਾਭ ਕਰਦੀਆਂ। ਜਿਵੇਂ ਸਾਡੇ ਕੋਈ ਗੁੜਮਾਰ ਬੂਟੀ ਹੈ, ਉਹ ਅੰਦਰ ਤੋਂ ਸ਼ੂਗਰ ਨੂੰ ਖਾਂਦੀ ਹੈ, ਲੇਕਿਨ ਉਹ ਸਿਸਟਮ ਜਿਹੜਾ ਪੈਂਕਰੀਆਜ ਕਰਦੀ ਸੀ, ਇਨਸੂਲਿਨ ਕਰਦੀ, ਉਹ ਨਹੀਂ ਕੰਮ ਕਰਦੀ ਬਈ ਹੁਣ ਉਨੀ ਉਹ ਬਣਾਊਗੀ ਜਿੰਨੀ ਲੋੜ ਹੈ। ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈ। ਇਸ ਕਰਕੇ ਅੱਜ ਤੇ ਇਸ ਡਾਕਟਰ ਸਾਹਿਬ ਜਿਹੜਾ ਰੁੱਝਿਆ ਹੋਇਆ ਇਨਸਾਨ ਹੈ, ਉਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰੇ ਕਿ ਉਹ ਘਰ ਦਾ ਵੈਦ ਆਪ ਹੀ ਬਣ ਜਾਵੇ, ਜਾਂ ਜਿਹੜੀਆਂ ਕਈ ਅਸੀਂ ਬਿਨਾਂ ਮਤਲਬ ਤੋਂ ਬਿਮਾਰੀਆਂ ਸਹੇੜੀਆਂ ਨੇ, ਭਾਵੇਂ ਉਹ ਦਿਮਾਗੀ ਬੋਝ ਹੈ ਜਾਂ ਹੋਰ ਹੈ, ਇਹਨੂੰ ਕਿਵੇਂ ਤੁਸੀਂ ਸੁਜੈਸਟ ਕਰਦੇ ਹੋ? ਜ਼ਿਆਦਾ ਫਾਲਤੂ ਨਮਕ ਮਿਰਚ ਮਸਾਲੇ ਸਵਾਦ ਵਾਸਤੇ ਖਾਣੇ, ਐਸੀ ਰੋਟੀ ਖਾਣੀ ਜਿਹਦੇ ਵਿੱਚ ਫਾਈਬਰ ਘੱਟ ਹੋਵੇ। ਜਿਸ ਤਰ੍ਹਾਂ ਮੈਂ ਲੋਕਾਂ ਨੂੰ ਗਾਈਡ ਕਰਦਾ ਹਾਂ ਵੀ ਤੇਰੀ ਕਬਜ਼ ਨਹੀਂ ਹਟਦੀ, ਤੇਰਾ ਪੇਟ ਨਹੀਂ ਠੀਕ ਰਹਿੰਦਾ, ਜਿੰਨਾ ਆਟਾ ਬਰੀਕ ਹੋਏਗਾ ਉਨੀ ਉਸ ਨੂੰ ਕਬਜ਼ੀ ਹੋਏਗੀ। ਯਾਨੀ ਕਿ ਫਾਈਬਰ ਵਾਲਾ ਆਟਾ ਖਾਵੇ ਜੀ, ਛਿਲਕੇ ਸਮੇਤ ਵੀ ਹੋਵੇ, ਮੋਟਾ ਹੋਵੇ, ਕਣਕ ਦੇ ਨਾਲ ਦੂਸਰੇ ਅਨਾਜ ਵੀ ਰਲੇ ਹੋਣ ਤਾਂ ਉਹਦਾ ਪੇਟ ਬਿਲਕੁਲ ਠੀਕ ਰਹੇਗਾ। ਪੇਟ ਠੀਕ ਰਹਿਣ ਨਾਲ, ਹਾਜ਼ਮਾ ਠੀਕ ਰਹਿਣ ਨਾਲ ਉਹਦੀ ਸਿਹਤ ਵੀ ਠੀਕ ਰਹੇਗੀ ਆਪਣੇ ਤੋਂ। ਜੀ ਇਸ ਤਰ੍ਹਾਂ ਨਾਲ ਖਾਣ ਪੀਣ ਦੇ ਸੁਧਾਰ, ਜਿੰਨੀਆਂ ਹਰੀਆਂ ਸਬਜ਼ੀਆਂ ਖਾਵਾਂਗੇ, ਫਲ ਖਾਵਾਂਗੇ, ਮੌਸਮੀ ਫਲ ਖਾਵਾਂਗੇ, ਤਾਂ ਉਹ ਉਹਨਾਂ ਸਰੀਰ ਨੂੰ ਤਾਕਤ ਮਿਲੇਗੀ, ਲਾਭ ਰਹੇਗਾ। ਬਾਕੀ ਹੈ ਛੋਟੀਆਂ ਮੋਟੀਆਂ ਜੜੀਆਂ ਬੂਟੀਆਂ ਹੈ ਜਿਹੜੀਆਂ ਠੀਕ ਕਰਦੀਆਂ, ਇਮਿਊਨਿਟੀ ਵਧਾਉਂਦੀਆਂ, ਤਾਕਤ ਵਧਾਉਂਦੀਆਂ, ਹਰੀਆਂ ਜ਼ਿਆਦਾ ਅਸਰ ਕਰਦੀਆਂ, ਜਿਵੇਂ ਪੁਟਕੰਡਾ ਹੈ, ਤੁਲਸੀ ਹੈ, ਨਿੰਬ ਹੈ, ਜਿਨ੍ਹਾਂ ਨੂੰ ਲੋੜ ਹੈ, ਜੀ ਖੂਨ ਨੂੰ ਬਿਲਕੁਲ ਸਾਫ਼ ਕਰਦਾ ਹੈ। ਇੱਕ ਬੜੀ ਚਮਤਕਾਰ ਚੀਜ਼ ਹੈ, ਉਹਨੂੰ ਪੀਪਲ ਕਹਿੰਦੇ ਨੇ ਜੇ ਕੋਈ ਵੈਦ ਪੀਪਲ ਤਲੇ ਬੈਠ ਜੇ ਔਰ ਉਸੇ ਤੋਂ ਬਣਾ ਕੇ ਦਵਾਈਆਂ ਦੇਵੇ ਤਾਂ ਦੁਨੀਆ ਦਾ ਕੋਈ ਰੋਗ ਨਹੀਂ ਜਿਹੜਾ ਪੀਪਲ ਦੂਰ ਨਾ ਕਰੇ। ਉਹ ਆਕਸੀਜਨ ਵੀ 24 ਘੰਟੇ ਦਿੰਦਾ ਹੈ ਜੀ, ਆਕਸੀਜਨ ਹੀ ਰੋਗ ਵੀ ਦੂਰ ਕਰਦਾ। ਮੈਂ ਤੁਹਾਨੂੰ ਇੱਕ ਥੋੜਾ ਜਿਹਾ ਦੱਸਦਾ ਵੀ ਜਿਹਦੀ ਖਾਂਸੀ ਕਿਤੇ ਠੀਕ ਨਾ ਹੋਵੇ, ਮੇਰੇ ਤੋਂ ਵੀ ਦਵਾਈ ਲਵੇ, ਮੇਰੇ ਤੋਂ ਤਾਂ ਲਏਗਾ, ਮੈਂ ਤਾਂ ਠੀਕ ਕਰ ਹੀ ਦੇਵਾਂਗਾ। ਵੈਸੇ ਵੀ ਅਗਰ ਨਾ ਠੀਕ ਹੋਵੇ ਤਾਂ ਇੱਕ ਬੜਾ ਆਸਾਨ ਤਰੀਕਾ ਹੈ, ਇੱਕ ਪੀਪਲ ਤੋਂ ਇੱਕ ਟਾਹਣੀ ਕੱਟ ਲਵੇ, ਛੋਟੀ ਜਿਹੀ ਜਿਵੇਂ ਦਾਤਨ ਹੁੰਦੀ ਹੈ, 1 ਉਂਗਲ ਮੋਟੀ ਔਰ 1 ਫੁੱਟ ਲੰਬੀ, ਜੀ ਉਹਦਾ ਛਿਲਕਾ ਉਤਾਰ ਲਵੇ ਉੱਪਰ ਤੋਂ, ਉਹਨੂੰ ਕੁੱਟ ਲਵੇ, ਕੁੱਟ ਕੇ ਉਹਨੂੰ ਉਬਾਲ ਕੇ ਉਹਦੀ ਦੁੱਧ ਚੀਨੀ ਪਾਣੀ ਪਾ ਲਵੇ, ਸਮਝ ਲਓ ਚਾਹ ਉਹਦੀ ਬਣਾ ਕੇ ਪੀ ਲਵੇ, 3-4 ਦਿਨ ਮੈਂ ਕੈਸੀ ਵੀ ਖਾਂਸੀ ਹੋਵੇ ਹਟ ਜਾ। ਜੀ ਇਹ ਪੀਪਲ ਦੀ ਡਾਕਟਰ ਸਾਹਿਬ ਇੱਕ ਵਿਸ਼ਵ ਪੱਧਰ ਦੇ ਵਿੱਚ ਜਿਹੜੀ ਆ ਕਰੋਨਾ ਬਿਮਾਰੀ ਬਹੁਤ ਵੱਡੀ ਪੱਧਰ ਤੇ ਫੈਲੀ ਹੈ, ਤੁਸੀਂ ਕੀ ਸਮਝਦੇ ਹੋ ਵੀ ਇਹ ਕਰੋਨਾ ਹੈ ਕੀ ਹੈ ਤੇ ਇਹਦਾ ਇਲਾਜ ਕੋਈ ਆਯੁਰਵੈਦਿਕ ਚ ਹੈ? ਇਸ ਤਰ੍ਹਾਂ ਮੈਂ ਕਰੋਨਾ ਦਾ ਇਲਾਜ ਨਹੀਂ ਕੀਤਾ ਜੀ, ਮੈਂ ਕਈ ਵਾਰ ਲਿਖ ਕੇ ਤਾਂ ਭੇਜਿਆ। ਮੇਰੇ ਇੱਕ ਐਡਵੋਕੇਟ ਮਿੱਤਰ ਨੇ ਚੰਡੀਗੜ੍ਹ, ਉਹਨਾਂ ਨੇ ਵੀ ਕਾਫੀ ਮਿਹਨਤ ਕੀਤੀ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੀ। ਮੈਂ ਕਹਾ ਮੈਂ ਕਰੋਨਾ ਦਾ ਇਲਾਜ ਕਰਦਾ ਹੈ, ਇਹ ਸੰਭਵ ਨਹੀਂ ਜਦ ਤੱਕ ਮੈਂ 100 ਬੰਦੇ ਠੀਕ ਨਹੀਂ ਕਰ ਲੈਂਦਾ। 100 ਬੰਦੇ ਮੈਂ ਠੀਕ ਕਰਾਂਗਾ ਜੇ ਕਿਸੇ ਨੂੰ ਦਵਾਈ ਦੇਵਾਂਗਾ। ਫਿਰ ਵੀ ਮੇਰਾ ਇਹ ਕਹਿਣਾ ਹੈ ਵੀ ਜਿਹੜੇ ਮੇਰੇ ਤੋਂ ਨੱਕ 'ਚ ਪਾਣ ਪਾਲੀ ਉਹ ਦਵਾਈ ਲੈ ਗਏ, ਹਾਂਜੀ, ਉਹਨਾਂ ਦਾ ਕਿਸੇ ਹੱਦ ਤੱਕ ਬਚਾਓ ਹੋਇਆ ਹੈ। ਜਿਹੜੀ ਮੇਰੇ ਤੋਂ ਬਿਨਾਂ ਕਰੋਨਾ ਦੱਸੇ ਵੀ ਮੇਰੀ ਜੀ ਫੇਫੜਿਆਂ 'ਚ ਬਹੁਤ ਬਲਗਮ ਰਹਿੰਦੀ ਹੈ, ਉਹ ਲੈ ਗਏ ਸ਼ੀਸ਼ੀ, ਕਿਉਂਕਿ ਫੇਫੜਿਆਂ ਦਾ ਅਸਰ ਹੀ ਨੱਕ ਦੁਆਰਾ ਹੁੰਦਾ ਹੈ ਅਤੇ ਜਾ ਕੇ ਫੇਫੜਿਆਂ 'ਤੇ ਜ਼ਿਆਦਾ ਹੁੰਦਾ ਹੈ। ਉਹਨਾਂ ਨੂੰ ਉਸ ਦਾ ਬਹੁਤ ਲਾਭ ਰਿਹਾ, ਪਰ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੈਂ ਕਰੋਨਾ ਦੀ ਕਿਸੇ ਨੂੰ ਦਵਾਈ ਦਿੱਤੀ ਨਹੀਂ ਹੈ। ਜੀ ਸੋ ਮੇਰੇ ਖਿਆਲ ਢਿੱਲੋਂ ਸਾਹਿਬ, ਜੇ ਮੈਨੂੰ ਸਰਕਾਰ ਕਹਿੰਦੀ ਵੀ ਹਾਂ ਦਿਓ, ਕੋਈ ਗੱਲ ਨਹੀਂ ਹੈ, ਜਦੋਂ ਹੈ ਹੀ ਨਹੀਂ। ਇਹ ਜਿਹੜੀਆਂ ਇੱਕ ਮੈਂ ਤੁਹਾਨੂੰ ਮਜ਼ੇਦਾਰ ਗੱਲ ਦੱਸਦਾ, ਇੱਕ ਤਰਫ ਤਾਂ ਸਾਰੇ ਕਿਸਮ ਦੀ ਪਾਬੰਦੀ ਹੈ, ਦੂਜੇ ਪਾਸੇ ਜੜੀਆਂ ਬੂਟੀਆਂ ਦੀਆਂ ਜਿਹੜੀਆਂ ਹਾਨੀ ਰਹਿਤ ਜੜੀਆਂ ਬੂਟੀਆਂ, ਉਹਨਾਂ ਨੂੰ ਕੋਈ ਬੰਦਾ ਇਸਤੇਮਾਲ ਕਰਦਾ, ਕਿਸੇ ਨੂੰ ਦਿੰਦਾ, ਉਹਨਾਂ 'ਤੇ ਕੋਈ ਰੋਗ ਵੀ ਕੋਈ ਨਹੀਂ ਹੈ, ਕੋਈ ਕਾਨੂੰਨ ਹੀ ਨਹੀਂ ਜਿਹੜਾ ਉਹਨਾਂ ਨੂੰ ਰੋਕਦਾ ਹੋਵੇ, ਫਿਰ ਵੀ ਵੈਦਾਂ ਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਵੀ ਤੂੰ ਕਿਉਂ। ਜੀ ਜੀ ਜੇ ਉਹਦੀ ਕੋਈ ਦਵਾਈ ਚੱਕ ਕੇ ਲੈ ਜਾਏ, ਟੈਸਟ ਕਰਾ ਲਏ, ਉਹਦੀ ਕੋਈ ਸੰਦਾ ਨਹੀਂ, ਉਹਨੂੰ ਕੋਈ ਸਜ਼ਾ ਨਹੀਂ ਹੁੰਦੀ। ਇਹ ਵੀ ਗੱਲ ਨਾਲ ਹੈ, ਪਰ ਉਹਦੀ ਖੁੱਲ੍ਹ ਵੀ ਨਹੀਂ ਹੈਗੀ ਜਿਸ ਤਰ੍ਹਾਂ ਅਮਰੀਕਾ ਵਗੈਰਾ ਦੇਸ਼ਾਂ 'ਚ ਖੁੱਲ੍ਹ ਹੈ। ਅਮਰੀਕਾ ਦੇ ਵੀ ਜਿਹੜੇ ਨਸ਼ੀਲੇ ਜ਼ਹਿਰੀਲੇ ਪੌਦੇ ਉਹਨਾਂ ਦੇ ਉੱਤੇ ਸਜ਼ਾ ਇੱਥੇ ਨਾਲੋਂ ਵੀ ਜ਼ਿਆਦਾ ਹੈ, ਪਰ ਜਿਹੜੇ ਬਿਲਕੁਲ ਹਾਨੀ ਰਹਿਤ ਹੈ ਉਹਨਾਂ 'ਚ ਕੋਈ ਮਤਲਬ ਤੁਸੀਂ ਇਹ ਸਮਝਦੇ ਹੋ ਕਿ ਇਹਨਾਂ ਦੇ ਉੱਤੇ ਦੁਬਾਰਾ ਵਿਚਾਰ ਵਟਾਂਦਰਾ ਕਰਕੇ ਨਵੇਂ ਸਿਰੇ ਤੋਂ ਇਹ ਕਾਇਦੇ ਕਾਨੂੰਨ ਬਣਾਉਣੇ ਚਾਹੀਦੇ? ਹਾਂ ਬਿਲਕੁਲ। ਜਿਵੇਂ ਕੋਈ ਦਵਾਈ ਬਣਾਈ ਹੈ, ਫਰਜ਼ ਕਰੋ ਕਿਸੇ ਵੈਦ ਨੇ, ਉਹ ਕਹਿੰਦਾ ਇਸ ਰੋਗ ਨੂੰ ਦੂਰ ਕਰਦੀ ਹੈ, ਸਭ ਤੋਂ ਪਹਿਲਾਂ ਉਹਦੀ ਦਵਾਈ ਨੂੰ ਉਸ ਤੋਂ ਫੀਸ ਭਰਾ ਲੈਣ, 1,50,000 ਟੈਸਟਿੰਗ ਵਾਸਤੇ, ਵੀ ਇਹਦੇ ਵਿੱਚ ਕੋਈ ਹਾਨੀਕਾਰਕ ਚੀਜ਼ ਤਾਂ ਨਹੀਂ ਹੈਗੀ, ਕੋਈ ਇਹ ਝੂਠ ਤਾਂ ਨਹੀਂ ਬੋਲਦਾ, ਕੋਈ ਜ਼ਹਿਰੀਲੀ ਨਸ਼ੀਲੀ ਜੜੀ ਬੂਟੀ ਤਾਂ ਨਹੀਂ ਰਲਾ ਰੱਖੀ। ਪਹਿਲਾਂ ਤਾਂ ਇਹ, ਉਸ ਤੋਂ ਬਾਅਦ ਕਹਿਣ ਵੀ ਹਾਂ ਇਹਦੇ ਵਿੱਚ ਨੁਕਸਾਨ ਤਾਂ ਕੋਈ ਹੈ ਨਹੀਂ, ਇਲਾਜ ਕਰਾ ਰਿਹਾ ਬੰਦਾ ਹਸਪੀਟਲ 'ਚ, ਅਸਥਮਾ ਦੀ ਕਰਾ ਰਿਹਾ ਹੈ,
ਉਹ ਨਾਲ ਉਹ ਵੀ ਲੈ ਲਵੇ ਤਾਂ ਉਹਦੇ ਵਿੱਚ ਕੀ ਹਰਜ ਹੈ। ਜੀ ਜਦੋਂ ਬਿਲਕੁਲ ਠੀਕ ਹੋ ਜਾਏਗਾ ਪਤਾ ਲੱਗ ਜਾਊਗਾ ਕਿ ਉਸਨੇ ਨਹੀਂ ਇਸ ਦਵਾਈ ਨੇ ਠੀਕ ਕੀਤੀ। ਜੀ ਜੀ ਇਸ ਤਰ੍ਹਾਂ ਇਹ ਅਗਰ ਕੋਈ ਵਿਧੀ ਐਸੀ ਬਣ ਜਾਏ, ਉਹਦੀ ਟੈਸਟਿੰਗ ਕਰਕੇ ਉਹਨੂੰ ਇਜਾਜ਼ਤ ਮਿਲ ਜਾਏ, ਖਰਚਾ ਉਸ ਤੋਂ ਭਰਾ ਲੈਣ ਟੈਸਟਿੰਗ ਦਾ, ਤਾਂ ਹਿੰਦੁਸਤਾਨ ਦੇ ਸਾਰੇ ਵੈਦ ਜਿਨ੍ਹਾਂ ਦੇ ਕੋਲ ਉਹਨਾਂ ਐਸੇ ਰੋਗਾਂ ਦੇ ਇਲਾਜ ਨੇ ਜਿਹੜੇ ਕਿਤੇ ਵੀ ਇਲਾਜ ਨਹੀਂ ਹੈ, ਪ੍ਰਗਟ ਹੋ ਜਾਣਗੇ। ਜਿੱਥੇ ਕਰੋੜਾਂ ਲੋਕਾਂ ਨੂੰ ਸਿਹਤ ਠੀਕ ਹੋਏਗੀ, ਰੋਗ ਦੂਰ ਹੋਣਗੇ, ਉੱਥੇ ਹਿੰਦੁਸਤਾਨ ਚੀਨ ਤੋਂ ਔਰ ਅਮਰੀਕਾ ਤੋਂ ਜ਼ਿਆਦਾ ਪੈਸੇ ਜੜੀ ਬੂਟੀਆਂ ਤੋਂ ਕਮਾ ਸਕੇਗਾ। ਹੁਣ ਕਹਿੰਦੇ ਨੇ ਚੀਨ ਦੀ ਤਾਂ ਇੰਨੇ ਅਰਬ ਦੀ ਪ੍ਰਾਪਤੀ ਹੈ ਜੜੀਆਂ ਬੂਟੀਆਂ ਤੋਂ, ਜੜੀਆਂ ਬੂਟੀਆਂ ਸਾਡੇ ਕੋਲ ਨੇ, ਸਾਡੇ ਕੋਲ ਤਾਂ ਹੈ ਨਹੀਂ, ਉਹਦੀ ਇਜਾਜ਼ਤ ਹੀ ਨਹੀਂ ਦਿੰਦੇ। ਪਰ ਵਪਾਰ ਭਾਰੂ ਹੋ ਗਿਆ ਜੀ ਇੱਥੇ ਫਿਰ ਸਾਰਾ ਤੋਂ ਜੇ ਦੇਖੀਏ, ਕਿਉਂ ਅਰਵਿੰਦਰ ਜੀ ਵਪਾਰ ਭਾਰੂ ਹੈ ਸਾਰੇ ਮਾਮਲੇ ਦੇ ਜੀ ਬਿਲਕੁਲ ਢਿੱਲੋਂ ਸਾਹਿਬ, ਸਾਰੇ ਪਾਸੇ ਐਲੋਪੈਥੀ ਦੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ, ਚਾਹੇ ਅਮਰੀਕਨ ਨੇ ਚਾਹੇ ਯੂਰਪੀਅਨ ਨੇ, ਉਹ ਵੀ ਸਾਡੇ ਤੇ ਰਾਜ ਕਰਦੀਆਂ, ਜੈਨਰਿਕ ਮੈਡੀਸਨ ਤੱਕ। ਔਰ ਹੈਰਾਨੀ ਇਸ ਗੱਲ ਦੀ ਹੈ ਟੈਸਟੀਮੋਨੀਅਲ ਸਭ ਤੋਂ ਵੱਧ ਇੰਡੀਅਨ ਨੇ ਜੀ। ਬਿਲਕੁਲ ਬਿਲਕੁਲ ਜੀ। ਟੈਸਟ ਇਹ ਐਲੋਪੈਥੀ ਵਿੱਚ ਕੀ ਕਰਦੇ ਨੇ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਜਿਸ ਤਰ੍ਹਾਂ ਕੁਨੀਨ ਬਣਾਈ, ਉਹ ਜਿਹੜੇ ਪੌਦਾਂ ਤੋਂ ਕੁਨੀਨ ਬਣਾਈ ਹੈ ਉਹ ਉਸ ਤੋਂ ਅਲੱਗ ਕਰ ਦਿੰਦੇ ਉਸ ਤੱਤ ਨੂੰ। ਇਹ ਐਲੋਪੈਥੀ ਦੇ ਵਿੱਚ ਫੈਸ਼ਨ ਇਹ ਹੈ ਕਿ ਉਹਦੇ ਵਿੱਚ ਕਿਹੜਾ, ਉਹ ਇੱਕ ਅਲਕਲਾਈਟ ਤਾਂ ਹੁੰਦਾ ਨਹੀਂ, ਥੋੜਾ ਹੁੰਦੇ ਨੇ ਇੱਕ ਪੌਦੇ 'ਚ, ਉਹ ਛਾਂਟਦੇ ਨੇ ਵੀ ਕਿਹੜਾ ਹੈ ਜਿਹੜਾ ਇਸ ਬਿਮਾਰੀ 'ਤੇ ਕੰਮ ਕਰਦਾ ਹੈ, ਉਹਨੂੰ ਉਸ ਪੌਦੇ ਤੋਂ ਅਲੱਗ ਨਿਕਾਲ ਲੈਂਦੇ ਆ ਜੀ। ਉਹ ਦੇਖ ਕੇ ਉਸ ਨੂੰ ਇਲਾਜ ਕਰਦੇ ਉਹਦਾ ਕੀ ਹੁੰਦਾ ਕਿ ਉਹਦਾ ਰੋਗ ਤਾਂ ਉਹ ਦੂਰ ਹੁੰਦਾ ਹੈ, ਪਰ ਦੋ ਹੋਰ ਲੱਗਦੇ ਨੇ। ਜਿਹੜੇ ਸਾਡੇ ਪੌਦੇ ਨੇ, ਇੱਕ ਇੱਕ ਪੌਦੇ ਵਿੱਚ 100 ਅਲਕਲਾਈਟਸ ਨੇ, ਉਹ ਇੱਕ ਰੋਗ ਨੂੰ ਦੂਰ ਕਰਦੇ ਨੇ ਜਿਹੜਾ ਉਸਦਾ ਮੇਨ ਪ੍ਰਭਾਵ ਹੈ, ਦੂਜਾ ਨੂੰ ਵੀ ਠੀਕ ਕਰਦੇ ਨੇ ਜੀ। ਜਿਹੜੀ ਮੇਰੀ ਅਸਥਮਾ ਦੀ ਦਵਾਈ ਹੈ ਉਹ ਕੁਝ ਪਿਸ਼ਾਬ ਦੇ ਰੋਗਾਂ ਨੂੰ ਵੀ ਠੀਕ ਕਰਦੀ ਹੈ ਜੀ। ਸਾਈਡ ਇਫੈਕਟ ਹੈ ਉਹਦੇ ਜੀ। ਹੋਰ ਕੋਈ ਸਰੀਰ ਦੇ ਖਾਜ ਖੁਜਲੇ ਨੂੰ ਵੀ ਕੁਝ ਲਾਭ ਪਹੁੰਚਾਉਂਦੀ ਹੈ। ਇਹ ਨਹੀਂ ਵੀ ਠੀਕ ਕਰਦੀ ਹੈ, ਕੁਛ ਨਾ ਕੁਛ ਉਹਨੂੰ ਲਾਭਦਾਇਕ ਹੈ। ਜਿਹੜੇ ਹੋਰ ਰੋਗ ਨੇ ਉਹਨਾਂ ਨੂੰ ਵੀ ਠੀਕ ਕਰਨ 'ਚ ਸਹਾਇਤਾ ਕਰਦੀ ਹੈ, ਕਿਉਂਕਿ ਉਹਦੀ ਕਿੰਨੀਆਂ ਚੀਜ਼ਾਂ ਨੇ, ਅਸੀਂ ਤਾਂ ਇੱਕ ਤਾਂ ਕੱਢੀ ਨਹੀਂ ਹੈਗੀ, ਅਸੀਂ ਤਾਂ ਪੂਰਾ ਪੌਦੇ ਨੂੰ ਕੁੱਟ ਕੇ ਪੀਸ ਕੇ ਉਹਦਾ ਰਸ ਕੱਢ ਕੇ ਦਵਾਈ ਬਣਾਤੀ ਜੀ ਜੀ। ਤੇ ਉਹਨਾਂ ਦਾ ਹਾਨੀਕਾਰਕ ਪ੍ਰਭਾਵ ਹੀ ਨਹੀਂ ਹੈ ਕੋਈ, ਤਾਂ ਉਹਨਾਂ ਨੂੰ ਅਲੱਗ ਕਰਨ ਦੀ ਕੀ ਜ਼ਰੂਰਤ ਹੈ ਜੀ। ਇਹ ਸਮਝਦੇ ਕੋਈ ਜ਼ਰੂਰਤ ਹੈ। ਐਲੋਪੈਥੀ ਦਾ ਫਾਰਮੂਲਾ ਹੋਰ ਹੈ, ਸਾਡਾ ਫਾਰਮੂਲਾ ਹੋਰ ਹੈ ਜੀ। ਅਸੀਂ ਤਾਂ ਪੂਰਾ ਪੌਦਾ ਦਿੰਦੇ। ਇਹ ਜਿਹੜਾ ਅਨੁਭਵ ਇੱਕ ਵੈਦ ਨੇ ਦੱਸਿਆ ਆ, ਇਹ ਬੜਾ ਕਮਾਲ ਦੀਆਂ ਗੱਲਾਂ ਨੇ। ਤੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਵੀ ਵੈਦ ਦੀ ਮਹੱਤਤਾ ਬੜੀ ਉੱਚ ਪੱਧਰ ਤੇ ਹੈ ਕਿ ਉੱਚਾ ਸਥਾਨ ਦਿੱਤਾ ਗਿਆ ਸੀ। ਬਿਲਕੁਲ ਐਲੋਪੈਥੀ ਤਾਂ ਕੱਲ ਦੀ ਆ, ਆਯੁਰਵੈਦਿਕ ਤਾਂ ਹੈ ਹੀ ਸੈਂਕੜੇ ਸਾਲ ਪੁਰਾਣੀ ਹੈ ਜੀ। ਤੇ ਆਯੁਰਵੈਦਿਕ ਦੇ ਵਿੱਚ ਵੀ ਜੇ ਵਪਾਰੀਕਰਨ ਕਰਨਾ ਤਾਂ ਅਜਿਹੇ ਵੈਦਾਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ, ਜਿਹੜੇ ਰਵਾਇਤੀ ਤਰੀਕੇ ਦੇ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਨੇ। ਸੋ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਵੀ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ, ਤੇ ਇਸ ਪ੍ਰੋਗਰਾਮ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਇਹਦੇ ਨੀਚੇ ਕਮੈਂਟਸ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਪਾਇਓ ਕਿ ਕਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਹੈ ਜਾਂ ਕਿਸ ਹੋਰ ਵਿਸ਼ੇ ਤੇ ਤੁਸੀਂ ਪ੍ਰੋਗਰਾਮ ਦੇਖਣਾ ਚਾਹੋਗੇ। ਇਸ ਦੇ ਨਾਲ ਹੀ ਸਾਡੇ ਚੈਨਲ ਤੇ ਕੋਈ ਧਾਰਮਿਕ ਪ੍ਰੋਗਰਾਮ ਵੀ ਚੱਲਦੇ ਨੇ, ਜਾਂ ਢਿੱਲੋਂ ਸਾਹਿਬ ਦਾ ਇੱਕ ਪ੍ਰੋਗਰਾਮ ਚੱਲਦਾ ਹੈ ਰੋਜ਼ ਜਿਹੜਾ ਖਬਰਾਂ ਦੇ ਬਾਰੇ ਹੁੰਦਾ ਆ, ਇੱਕ ਮੇਰੀ ਵੀ ਸੁਣੋ। ਇਸ ਤੋਂ ਇਲਾਵਾ ਖਬਰ ਤੋੜ ਜੋ ਰੋਜ਼ ਸਵੇਰੇ ਪ੍ਰੋਗਰਾਮ ਚੱਲਦਾ ਆ, ਜਿਹਦੇ 'ਚ ਅਖਬਾਰਾਂ ਦੀਆਂ ਸੁਰਖੀਆਂ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ। ਉਹ ਗੁਰਨਾਮ ਅਕੀਦਾ ਜੀ ਤੇ ਸਰਦਾਰ ਜਸਪਾਲ ਸਿੰਘ ਢਿੱਲੋਂ ਹੋਣੀ ਇਹ ਵੀ ਕਰਦੇ ਨੇ, ਨਾਲ ਧਰਮਿੰਦਰ ਸੰਧੂ ਇਹਨਾਂ ਦਾ ਸਾਥ ਦਿੰਦੇ ਨੇ। ਅਜਿਹੇ ਪ੍ਰੋਗਰਾਮਾਂ ਨੂੰ ਕਿਰਪਾ ਕਰਕੇ ਬਹੁਤ ਜ਼ਿਆਦਾ ਪ੍ਰਚਾਰੋ ਪ੍ਰਸਾਰੋ, ਤਾਂ ਕਿ ਵੱਧ ਤੋਂ ਵੱਧ ਅਸੀਂ ਸਿਹਤਮੰਦ ਪੰਜਾਬ, ਸਿਹਤਮੰਦ ਭਾਰਤ ਉਸਾਰ ਸਕੀਏ। ਸੋ ਰਲ ਮਿਲ ਕੇ ਅੱਜ ਅਸੀਂ ਵੈਦ ਜੀ ਦਾ ਵੀ ਧੰਨਵਾਦ ਕਰਦੇ ਹਾਂ। ਜਨਰਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਟੂਡੀਓ ਦੇ ਵਿੱਚ ਆਏ। ਤੇ ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਜੀ। ਮਿਹਰਬਾਨੀ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।